ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ ਸਾਰਿਆਂ ਦੇ। ਅਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਇਤਿਹਾਸ ਦਾ ਸੈੱਟ ਨੰਬਰ 6। ਇਹ ਤਾਂ ਕਰਨ ਜਾ ਰਹੇ ਹਾਂ ਕਿਉਂਕਿ ਮੈਨੂੰ ਪਤਾ ਹੈਗਾ ਜਿਹੜੇ ਤੁਹਾਨੂੰ ਮੈਂ ਲੈਕਚਰ ਕਰਾਏ ਸੀ ਵਾਇਸਰਾਏ ਜਰਨਲ ਅਤੇ ਗਵਰਨਰ ਬਾਰੇ, ਉਹਦੇ ਵਿੱਚ ਮੈਨੂੰ ਪਤਾ ਕਿ ਤੁਸੀਂ 2 ਦਿਨਾਂ ਦੇ ਵਿੱਚ ਬੋਰ ਹੋ ਗਏ ਉਹ ਤੋਂ। ਠੀਕ ਹੈ ਜੀ, ਬੋਰ ਹੋਣ ਕਰਕੇ ਪਤਾ ਨਹੀਂ ਤੁਹਾਨੂੰ ਔਖਾ ਲੱਗਿਆ, ਪਤਾ ਨਹੀਂ ਕਿਵੇਂ ਲੱਗਿਆ, ਅਤੇ ਬੋਰ ਹੋਣ ਕਰਕੇ ਮੈਂ ਕਿਹਾ ਚਲੋ ਥੋੜ੍ਹੀ ਜਿਹੀ ਦੁਬਾਰੇ ਫਿਰ ਪਹਿਲਾਂ ਦੀ ਸੀਰੀਜ਼ 'ਤੇ ਆ ਜਾਂਦੇ ਹਾਂ। ਅਤੇ ਕਦੇ ਵੀ ਨਾ ਸੌਖੇ ਵੱਲ ਨਾ ਭੱਜਿਆ ਕਰੋ, ਠੀਕ ਹੈ ਜੀ। ਹਮੇਸ਼ਾ ਮਤਲਬ ਜਿਹੜੀ ਚੀਜ਼ ਔਖੀ ਆ ਉਹਦੇ ਵੱਲ ਜਾਇਆ ਕਰੋ, ਸੌਖੇ ਵੱਲ ਹਮੇਸ਼ਾ ਨਾ ਭੱਜਿਆ ਕਰੋ। ਅਤੇ ਅੱਜ ਆਪਣਾ ਲੈਕਚਰ ਸ਼ੁਰੂ ਕਰਨ ਲੱਗੇ ਆਪਣਾ ਇਤਿਹਾਸ ਦਾ ਦੇਖੋ ਸੈੱਟ ਨੰਬਰ 6। ਦੇਖੋ ਜੀ, ਹੁਣ ਜੇ ਪਹਿਲਾ ਪ੍ਰਸ਼ਨ ਕੀ ਆ ਕਿ ਮਿੰਟੋ ਮੋਰਲੇ ਸੁਧਾਰ ਕਦੋਂ ਹੋਇਆ ਸੀ? 1909 ਦੇ ਵਿੱਚ। ਪ੍ਰਸ਼ਨ ਡਾਇਰੈਕਟ ਇੱਥੋਂ ਬਣੂਗਾ, ਮਿੰਟੋ ਮਾਰਲੇ ਕਦੋਂ ਹੋਇਆ ਸੀ? 1909 ਦੇ ਵਿੱਚ। ਇਸ ਤੋਂ ਬਾਅਦ ਮੋਂਟੇਗਿਓ ਚੈਮਸਫੋਰਡ ਸੁਧਾਰ ਕਦੋਂ ਹੋਇਆ ਸੀ? 1919 ਦੇ ਵਿੱਚ। ਕਈ ਵਾਰੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈਗਾ ਕਿ ਜਦੋਂ 1919 ਦੀ ਘਟਨਾ ਹੋਈ ਸੀ, ਠੀਕ ਹੈ ਜੀ, ਜਦੋਂ 1919 ਦੀ ਘਟਨਾ ਹੋਈ ਸੀ ਉਦੋਂ ਵਾਇਸਰਾਏ ਕੌਣ ਸੀ? ਠੀਕ ਹੈ ਜੀ, ਉਦੋਂ ਹੈਗਾ ਸੀ ਮੌਂਟੇਗਿਓ ਚੈਮਸਫੋਰਡ। ਇਹ ਪ੍ਰਸ਼ਨ ਸਿੱਧਾ ਡਾਇਰੈਕਟ ਪੁੱਛਿਆ ਜਾਂਦਾ ਕਿ ਕੌਣ ਸੀ 1900 ਜਲਿਆਂਵਾਲਾ ਬਾਗ ਦੀ ਘਟਨਾ ਦੇ ਸਮੇਂ? ਉਦੋਂ ਲਿਖ ਦਿਓ ਤੁਸੀਂ ਮੌਂਟੇਗਿਓ ਚੈਮਸਫੋਰਡ। ਇਸ ਤੋਂ ਬਾਅਦ ਪ੍ਰਸ਼ਨ ਡਾਇਰੈਕਟ ਪੁੱਛਿਆ ਜਾਂਦਾ ਕਿ ਕ੍ਰਿਪਸ ਮਿਸ਼ਨ ਸੀ ਜਿਹੜਾ, ਉਹ ਕਦੋਂ ਆਇਆ ਸੀ? ਜਿਹੜਾ ਕ੍ਰਿਪਸ ਮਿਸ਼ਨ ਸੀ ਬੱਚਿਓ, ਉਹ ਕਦੋਂ ਆਇਆ ਸੀ? ਕ੍ਰਿਪਸ ਮਿਸ਼ਨ ਆਇਆ ਸੀ 1942 ਦੇ ਵਿੱਚ। ਓਕੇ ਜੀ। ਅਤੇ ਇਸ ਤੋਂ ਬਾਅਦ ਆ ਗਿਆ ਕੈਬਨਿਟ ਮਿਸ਼ਨ। ਕੈਬਨਿਟ ਮਿਸ਼ਨ ਆਇਆ ਸੀ 1946 ਦੇ ਵਿੱਚ। ਇਹ ਆਇਆ ਸੀ ਵੋਟਾਂ ਦਾ ਹਿਸਾਬ ਕਿਤਾਬ ਕਰਨਾ ਸੀ, ਉਦੋਂ ਕਿ ਵੋਟਾਂ 'ਚ ਆਪਣੇ ਭਾਰਤੀ ਵੀ ਖੜ੍ਹੇ ਹੋਏ ਸੀ, ਅਤੇ ਉਹ ਚੀਜ਼ਾਂ ਦਾ ਸੰਬੰਧ ਸੀ ਤਾਂ ਕੈਬਨਿਟ ਮਿਸ਼ਨ। ਇਹ ਡਿਟੇਲ 'ਚ ਜਾਣ ਦੀ ਤੁਹਾਨੂੰ ਲੋੜ ਨਹੀਂ, ਤੁਸੀਂ ਸਿਰਫ ਯਾਦ ਕਰ ਲਓ। ਮਿੰਟੇ ਮਾਰਲ 1909 ਦੇ ਵਿੱਚ, ਮੌਂਟੇਗੋ ਚੈਮਸਫੋਰਡ ਸੁਧਾਰ 1919 ਦੇ ਵਿੱਚ, ਕ੍ਰਿਪਸ ਮਿਸ਼ਨ 1942 ਦੇ ਵਿੱਚ, ਕੈਬਨਿਟ ਮਿਸ਼ਨ 1946 ਦੇ ਵਿੱਚ। ਇਸ ਤੋਂ ਬਾਅਦ ਅਗਲਾ, ਸੁਤੰਤਰਤਾ ਪਾਰਟੀ ਦਾ ਸੰਸਥਾਪਕ ਕੌਣ ਸੀ? ਸੁਤੰਤਰਤਾ ਪਾਰਟੀ ਦਾ ਸੰਸਥਾਪਕ ਕੌਣ ਸੀ? ਇਹ ਹੈਗਾ ਸੀ ਜੀ ਆਪਣਾ ਸੀ ਰਾਜਗੋਪਾਲਾਚਾਰੀਆ। 1957 ਦੇ ਵਿੱਚ ਇਹ ਪਾਰਟੀ ਦੀ ਫਾਰਮੇਸ਼ਨ ਹੋਈ ਸੀ। ਬਸ ਇਹਦੇ ਵਿੱਚ ਇੰਨੀ ਡੇਟ ਯਾਦ ਕਰਨ ਦੀ ਕੋਈ ਲੋੜ ਨਹੀਂ, ਬਸ ਸਿੱਧਾ ਯਾਦ ਕਰ ਲਿਓ। ਜਿਹੜੀ ਸੁਤੰਤਰਤਾ ਪਾਰਟੀ ਸੀ ਇਹਦਾ ਸੰਸਥਾਪਕ ਕੌਣ ਸੀ? ਇਹਦਾ ਸੰਸਥਾਪਕ ਹੈਗਾ ਸੀ ਆਪਣਾ ਸੀ ਰਾਜਗੋਪਾਲਾਚਾਰੀਆ। ਇਸ ਤੋਂ ਬਾਅਦ ਬੱਚੋ ਤੀਸਰਾ ਪ੍ਰਸ਼ਨ ਆ ਗਿਆ, ਗਾਂਧੀ ਦੁਆਰਾ ਭਾਰਤ ਛੱਡੋ ਅੰਦੋਲਨ ਕਿਦੋਂ ਸ਼ੁਰੂ ਕੀਤਾ ਗਿਆ? ਪ੍ਰਸ਼ਨ ਦਾ ਪਹਿਲੀ ਮੈਨੂੰ ਲੱਗਦਾ ਹਰੇਕ ਵੀਡੀਓ ਦੇ ਵਿੱਚ ਰਿਪੀਟ ਹੋ ਜਾਂਦਾ ਹੈਗਾ, ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ। ਇਹ ਹੋਇਆ ਸੀ ਜੀ 1942 ਦੇ ਵਿੱਚ। ਕਿਹੜੇ ਵਿੱਚ ਜੀ? 1942 ਦੇ ਵਿੱਚ ਇਹ ਭਾਰਤ ਛੱਡੋ ਅੰਦੋਲਨ ਚੱਲਿਆ ਸੀ, ਜਿਹਨਾਂ ਨੇ ਨਾਅਰਾ ਦਿੱਤਾ ਸੀ ਕਰੋ ਜਾਂ ਮਰੋ। ਅਤੇ 9 ਅਗਸਤ 1942 ਨੂੰ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ, ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਗਾਂਧੀ ਜੀ ਨੇ ਉਹਦੇ ਨਾਅਰਾ ਦਿੱਤਾ ਸੀ, ਉਹਨਾਂ ਨੇ ਆਪਣੇ ਜਵਾਹਰ ਲਾਲ ਨਹਿਰੂ ਨੇ, ਕਿ ਆਰਾਮ ਹਰਾਮ ਹੈ। ਇਸ ਤੋਂ ਬਾਅਦ ਅੱਗੇ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸ ਨੇ ਕੀਤੀ? ਪਿਛਲੀ ਵੀਡੀਓ ਦੇ ਵਿੱਚ ਇਹ ਕੁਐਸਚਨ ਗਲਤ ਹੋ ਗਿਆ ਸੀ। ਜਿਹੜਾ ਰਾਮ ਕ੍ਰਿਸ਼ਨ ਮਿਸ਼ਨ ਸੀ ਉਹਦੀ ਜਿਹੜੀ ਉਹ ਸੀ ਸਥਾਪਨਾ ਸੀ, ਇਹ ਰਾਮ ਕ੍ਰਿਸ਼ਨ ਜੀ ਨੇ ਕੀਤੀ ਸੀ। ਇਹ ਕੀਤੀ ਸੀ ਜੀ ਆਪਣੇ ਵਿਵੇਕਾਨੰਦ ਨੇ। ਇਹ ਪ੍ਰਸ਼ਨ ਤੁਸੀਂ ਠੀਕ ਕਰ ਲਿਓ। ਰਾਮ ਕ੍ਰਿਸ਼ਨ ਮਿਸ਼ਨ ਸੀ ਜਿਹੜਾ, ਉਹਦੀ ਜਿਹੜੀ ਇਹ ਕਰੀ ਸੀ, ਉਹ ਕਿਹਨੇ ਕਰੀ ਸੀ? ਆਪਣੀ ਵਿਵੇਕਾਨੰਦ ਜੀ ਨੇ। ਅਤੇ ਇਸ ਤੋਂ ਬਾਅਦ ਜੇ ਤੁਹਾਨੂੰ ਆ ਗਿਆ ਆਰੀਆ ਸਮਾਜ, ਆਰੀਆ ਸਮਾਜ ਦੀ ਕਰੀ ਸੀ ਆਪਣੇ ਦਇਆਨੰਦ ਨੇ, ਠੀਕ ਹੈ। ਬਰਮੋ ਸਮਾਜ ਦੀ ਕਿਹਨੇ ਕਰੀ ਸੀ? ਰਾਜਾ ਰਾਮ ਮੋਹਨ ਰਾਏ ਨੇ, ਠੀਕ ਹੈ ਜੀ। ਇਹ ਤੁਸੀਂ ਸਾਰੇ ਇੱਕ ਵਾਰੀ ਨਾਲ ਯਾਦ ਕਰ ਲਿਆ ਕਰੋ। ਡੱਚ ਜਾਤੀ ਨੇ ਸਭ ਤੋਂ ਪਹਿਲਾਂ ਆਪਣੀ ਬਸਤੀ ਕਿਸ ਸਥਾਨ 'ਤੇ ਸਥਾਪਿਤ ਕੀਤੀ? ਸਭ ਤੋਂ ਪਹਿਲਾਂ ਤੁਹਾਨੂੰ ਮੈਂ ਗੱਲ ਦੱਸ ਕੇ ਹਟਿਆ ਕਿ ਸਭ ਤੋਂ ਪਹਿਲਾਂ ਆਪਣੇ ਕੌਣ ਆਏ ਸੀ? ਸਭ ਤੋਂ ਪਹਿਲਾਂ ਆਏ ਸੀ ਆਪਣੇ ਪੁਰਤਗਾਲੀ ਆਏ ਸੀ ਬੱਚੇ। ਸਭ ਤੋਂ ਪਹਿਲਾਂ ਪੁਰਤਗਾਲੀਆਂ ਦੇ ਵਿੱਚ ਕੌਣ ਆਇਆ ਸੀ? ਵਾਸਕੋ ਡੀ ਗਾਮਾ। ਕਦੋਂ ਆਇਆ ਸੀ? 1498 ਦੇ ਵਿੱਚ। ਕਿਹੜੇ ਤੱਟ 'ਤੇ ਉਤਰਿਆ ਸੀ? ਕੇਰਲਾ ਦੇ ਤੱਟ 'ਤੇ, ਠੀਕ ਹੈ ਜੀ। ਇਸ ਤਰੀਕੇ ਕਲੀਅਰ ਹੋ ਗਿਆ। ਡੱਚ ਜਾਤੀ ਨੇ ਸਭ ਤੋਂ ਪਹਿਲਾਂ ਆਪਣੀ ਬਸਤੀ ਕਿਸ ਸਥਾਨ 'ਤੇ ਬਣਾਈ ਜੀ? ਇਹਨਾਂ ਨੇ ਬਣਾਈ ਜੀ ਆਪਣੀ ਉਹ ਸੀ ਜਿਹੜੀ ਬਸਤੀ ਸੀ, ਇਹ ਬਣਾਈ ਸੀ ਇਹਨਾਂ ਨੇ ਪੁਲੀਕਟ ਲੇਕ 'ਤੇ, ਜਾਂ ਪੁਲੀਕਟ ਲੇਕ ਵੀ ਹੈਗੀ ਇੱਕ। ਪੁਲੀਕਟ ਮੇਰੇ ਹਿਸਾਬ 'ਤੇ ਇਹ ਆਂਧਰਾ 'ਚ ਆ ਗਿਆ। ਮੈਂ ਤੁਸੀਂ ਸਿਰਫ ਇੰਨਾ ਯਾਦ ਕਰ ਲਓ ਕਿੱਥੇ ਕਰੀ ਸੀ ਇਹ ਇਹਨਾਂ ਨੇ ਕਰੀ ਸੀ ਪੁਲੀਕਟ ਦੇ ਵਿੱਚ। ਇਹ ਈਸਟ ਇੰਡੀਆ ਜਿਹੜੀ ਡੱਚ ਈਸਟ ਇੰਡੀਆ ਕੰਪਨੀ ਸੀ ਹੈ ਨਾ, ਡੱਚ ਈਸਟ ਇੰਡੀਆ ਕੰਪਨੀ, ਇਹਦੀ ਸਥਾਪਨਾ 1602 ਦੇ ਵਿੱਚ ਹੋਈ ਸੀ, ਠੀਕ ਹੈ। ਇਹ ਕੀ ਕਹਿ ਗਏ ਸੀ? ਇਹ ਕਹਿੰਦੇ ਸੀ ਇੱਥੇ ਵਪਾਰ ਕਰਨਾ ਗਾ ਮਸਾਲਿਆਂ ਦਾ ਵਪਾਰ ਕਰਨ ਦੇ ਬਹਾਨੇ ਇਹ ਆ ਗਏ ਸੀ। ਉਹਦੇ ਈਸਟ ਇੰਡੀਆ ਕੰਪਨੀ ਦੀ 1600 ਦੇ ਵਿੱਚ ਵੀ ਕਹੀ ਜਾਂਦੀ ਹੈ। 1600 ਦੇ ਵਿੱਚ ਈਸਟ ਇੰਡੀਆ ਕੰਪਨੀ ਆ ਗਈ ਸੀ, ਸਥਾਪਿਤ ਕਦੋਂ ਹੋ ਗਈ ਸੀ? 1602 ਦੇ ਵਿੱਚ। ਦੋਨਾਂ 'ਚ ਇੱਕ ਡੇਟ ਹੀ ਮਿਲੂਗੀ ਤੁਹਾਨੂੰ, ਠੀਕ ਹੈ ਜੀ। ਇਹ ਮਸਾਲਿਆਂ ਦਾ ਵਪਾਰ ਕਰਨ ਦਾ ਬਹਾਨਾ ਲਾ ਕੇ ਇੱਥੇ ਆਏ ਸੀ। ਇਸ ਤੋਂ ਬਾਅਦ ਅਗਲਾ ਆ ਗਿਆ ਲੋਹ ਪੁਰਸ਼ ਕਿਸ ਨੂੰ ਕਿਹਾ ਜਾਂਦਾ ਹੈਗਾ? ਇਹ ਪ੍ਰਸ਼ਨ ਤੁਹਾਨੂੰ ਹਰੇਕ ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਲੋਹ ਪੁਰਸ਼ ਕਿਸ ਨੂੰ ਕਿਹਾ ਜਾਂਦਾ ਹੈ। ਲੋਹ ਪੁਰਸ਼ ਕਿਹਾ ਜਾਂਦਾ ਜੀ ਆਪਣੇ ਸਰਦਾਰ ਵੱਲਭ ਭਾਈ ਪਟੇਲ ਨੂੰ। ਸਰਦਾਰ ਵੱਲਭ ਭਾਈ ਪਟੇਲ ਨੂੰ ਲੋਹ ਪੁਰਸ਼ ਵੀ ਕਿਹਾ ਜਾਂਦਾ ਹੈ। ਇੱਕ ਤਾਂ ਇਹਨਾਂ ਨੂੰ ਲੋਹ ਪੁਰਸ਼ ਕਿਹਾ ਜਾਂਦਾ, ਇੱਕ ਇਹਨਾਂ ਨੂੰ ਕੀ ਕਿਹਾ ਜਾਂਦਾ ਜੀ? ਭਾਰਤ ਦਾ
ਬਿਸਮਿਕ, ਇਹ ਵੀ ਤੁਹਾਨੂੰ ਕਰਵਾ ਕੇ ਗਿਆ। ਅਤੇ ਇੱਕ ਇਹਨਾਂ ਨੂੰ ਸਰਦਾਰ ਦੀ ਉਪਾਧੀ ਕਿਹਨੇ ਦਿੱਤੀ ਸੀ? ਉਹ ਦਿੱਤੀ ਸੀ ਸਰਦਾਰ ਦੀ, ਕਿਹਾ ਤਾਂ ਇਹਨਾਂ ਨੂੰ ਬਦਰੌਲੀ ਦੀਆਂ ਔਰਤਾਂ ਨੇ ਸੀ ਸਰਦਾਰ। ਜਿਹੜੀ ਉਪਾਧੀ ਦਿੱਤੀ ਸੀ ਉਹ ਦਿੱਤੀ ਸੀ ਇਹਨਾਂ ਨੂੰ ਮਹਾਤਮਾ ਗਾਂਧੀ ਜੀ ਨੇ। ਇਸ ਤੋਂ ਬਾਅਦ ਨੌਜਵਾਨ ਸਭਾ ਦਾ ਪ੍ਰਧਾਨ ਕੌਣ ਸੀ? ਨੌਜਵਾਨ ਸਭਾ ਦਾ ਜਿਹੜਾ ਪ੍ਰਧਾਨ ਸੀ ਉਹ ਹੈਗਾ ਸੀ ਜੀ ਆਪਣਾ ਸ਼ਹੀਦ ਆਜ਼ਮ ਭਗਤ ਸਿੰਘ। ਠੀਕ ਹੈ ਜੀ, ਡਾਇਰੈਕਟ ਯਾਦ ਕਰ ਲਓ। ਇਸ ਤੋਂ ਬਾਅਦ ਆ ਗਿਆ ਭਾਰਤ ਦਾ ਸੰਵਿਧਾਨ ਸਭਾ। ਜਿਹੜੀ ਭਾਰਤ ਦੀ ਆਪਣੀ ਸੰਵਿਧਾਨ ਸਭਾ ਸੀ, ਇਹ ਕਿਹਦੀ ਸਿਫਾਰਿਸ਼ 'ਤੇ ਤਿਆਰ ਕੀਤੀ ਗਈ? ਦੇਖੋ, ਜਿਹੜੀ ਭਾਰਤ ਦੀ ਸੰਵਿਧਾਨ ਸਭਾ ਸੀ ਇਹ ਕੀਤੀ ਗਈ ਸੀ ਜੀ ਕੈਬਨਿਟ ਮਿਸ਼ਨ। ਜਿਹੜਾ ਕੈਬਨਿਟ ਮਿਸ਼ਨ ਆਇਆ ਸੀ ਇਹਦੇ ਸਿਫਾਰਿਸ਼ 'ਤੇ ਤਿਆਰ ਕੀਤੀ ਗਈ ਸੀ। ਠੀਕ ਹੈ, ਭਾਰਤੀ ਸੰਵਿਧਾਨ ਜਿਹੜੀ ਸਭਾ ਸੀ ਇਹਦਾ ਗਠਨ ਸੀ ਜਿਹੜਾ ਇਹ ਕੈਬਨਿਟ ਮਿਸ਼ਨ ਆਇਆ ਸੀ, ਅਤੇ ਕੈਬਨਿਟ ਮਿਸ਼ਨ 1946 ਦੇ ਵਿੱਚ ਉਹਦੀ ਸਿਫਾਰਿਸ਼ 'ਤੇ ਕੀਤਾ ਗਿਆ ਸੀ। ਠੀਕ ਹੈ ਜੀ, ਅਤੇ ਜਿਹੜਾ ਕੈਬਨਿਟ ਮਿਸ਼ਨ ਸੀ ਇਹਦੇ ਵਿੱਚ ਇਹਦੇ ਕਈ ਬੰਦੇ ਵੀ ਆਏ ਸੀ। ਠੀਕ ਹੈ, ਇਹਦੇ ਵਿੱਚ ਕ੍ਰਿਪਸ ਵੀ ਆਇਆ ਸੀ, ਅਲੈਗਜ਼ੈਂਡਰ ਵੀ ਆਇਆ ਸੀ, ਅਤੇ ਲਾਰੈਂਸ ਵੀ ਆਇਆ ਸੀ। ਠੀਕ ਹੈ ਜੀ, ਇਹ ਯਾਦ ਕਰਨ ਦੀ ਕੋਈ ਲੋੜ ਨਹੀਂ, ਬਾਅਦ ਤੁਸੀਂ ਸਿਰਫ ਇੰਨਾ ਯਾਦ ਕਰ ਲਓ ਕਿਹਦੀ ਸਿਫਾਰਿਸ਼ ਬਣਾਈ ਗਈ? ਕੈਬਨਿਟ ਮਿਸ਼ਨ ਦੀ। ਕੈਬਨਿਟ ਮਿਸ਼ਨ ਕਦੋਂ ਆਇਆ ਸੀ? 1946 ਦੇ ਵਿੱਚ। ਇਸ ਤੋਂ ਬਾਅਦ 9ਵੇਂ 'ਤੇ ਭਾਰਤ ਛੱਡੋ ਅੰਦੋਲਨ ਦੇ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ? ਇਹ ਪ੍ਰਸ਼ਨ ਸਭ ਤੋਂ ਜ਼ਿਆਦਾ ਮਹੱਤਵਪੂਰਨ ਕਿ ਭਾਰਤ ਛੱਡੋ ਅੰਦੋਲਨ ਹੋਇਆ ਕਦੋਂ ਸੀ? 1942 ਦੇ ਵਿੱਚ। 9 ਅਗਸਤ 1942 ਨੂੰ ਗਾਂਧੀ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹ ਹੋਇਆ ਸੀ ਜੀ ਲਾਰਡ ਲਿਨਲਿਥਗੋ ਦੇ ਸਮੇਂ ਭਾਰਤ ਛੱਡੋ ਅੰਦੋਲਨ ਹੋਇਆ ਸੀ। ਇਸ ਤੋਂ ਬਾਅਦ 1923 ਵਿੱਚ ਨਾਗਪੁਰ ਵਿੱਚ ਕਿਹੜਾ ਸੱਤਿਆਗ੍ਰਹਿ ਆਯੋਜਨ ਕੀਤਾ ਗਿਆ? ਦੇਖੋ, ਇਹ ਪ੍ਰਸ਼ਨ ਬੜਾ ਮਹੱਤਵਪੂਰਨ ਤਾਂ ਹੈ ਨਹੀਂ ਕੋਈ, ਵੈਸੇ ਇੱਕ ਸਿੱਧਾ ਤੁਹਾਨੂੰ ਯਾਦ ਕਰਾ ਦਿੰਦਾ। ਕਿਹਦਾ ਆਨਸਰ ਆਊਗਾ? ਝੰਡਾ। 1923 ਦੇ ਵਿੱਚ ਨਾਗਪੁਰ ਦੇ ਵਿੱਚ ਝੰਡਾ ਸੱਤਿਆਗ੍ਰਹਿ ਮਤਲਬ ਚਲਾਇਆ ਗਿਆ ਸੀ। ਬਸ ਸਿਰਫ ਇੰਨਾ ਯਾਦ ਕਰ ਲਓ, ਹੋਰ ਇਹਦੇ ਵਿੱਚ ਜ਼ਿਆਦਾ ਉਲਝਣ ਦੀ ਤੁਹਾਨੂੰ ਲੋੜ ਨਹੀਂ ਹੈਗੀ। ਇਸ ਤੋਂ ਬਾਅਦ ਆ ਗਿਆ ਆਪਣਾ ਪੂਨਾ ਸਮਝੌਤਾ ਕਿਸ ਕਿਸ ਵਿਚਾਲੇ ਹੋਇਆ ਸੀ? ਜਿਹੜਾ ਪੂਨਾ ਸਮਝੌਤਾ ਸੀ ਇਹ ਬੱਚੇ ਹੋਇਆ ਸੀ ਆਪਣੇ ਮਹਾਤਮਾ ਗਾਂਧੀ ਅਤੇ ਅੰਬੇਦਕਰ ਵਿਚਾਲੇ। ਠੀਕ ਹੈ ਜੀ, ਮਹਾਤਮਾ ਗਾਂਧੀ ਅਤੇ ਅੰਬੇਦਕਰ ਬਾਰੇ। ਠੀਕ ਹੈ ਜੀ, ਇਹ ਸਮਝੌਤੇ ਬਾਰੇ ਇਹਨਾਂ ਤੁਹਾਨੂੰ ਸਮਝਣ ਦੀ ਲੋੜ ਨਹੀਂ, ਬਸ ਸਿਰਫ ਇੱਕ ਤੁਹਾਨੂੰ ਡੇਟ ਯਾਦ ਹੋਣੀ ਚਾਹੀਦੀ ਕਿ ਪੂਨਾ ਸਮਝੌਤਾ ਕਦੋਂ ਹੋਇਆ ਸੀ? 1931 ਦੇ ਵਿੱਚ ਹੋਇਆ ਸੀ ਪੂਨਾ ਸਮਝੌਤਾ। ਠੀਕ ਹੈ, ਇਹ ਦਲਿਤਾਂ ਨੂੰ ਲੈ ਕੇ ਸੀ ਕੋਈ ਆਪਸ ਦੇ ਵਿੱਚ। ਇਸ ਤੋਂ ਬਾਅਦ ਆ ਗਈਆਂ ਆਪਣੀਆਂ ਹੋਰ ਮਹੱਤਵਪੂਰਨ ਗੱਲਾਂ। ਜਿਹੜਾ ਅਸਹਿਯੋਗ ਅੰਦੋਲਨ ਸੀ ਜਿਹੜਾ 1920 ਦੇ ਵਿੱਚ ਚੱਲਿਆ ਸੀ, ਜੋ ਕੋਕਰੀ ਕਾਂਡ ਚੋਰੀ ਚੋਰਾ ਕਾਂਡ ਹੋ ਗਿਆ ਸੀ, ਉਦੋਂ ਇਹਨਾਂ ਨੇ ਅੰਦੋਲਨ ਦੁਖੀ ਹੋ ਕੇ ਮਹਾਤਮਾ ਗਾਂਧੀ ਨੇ ਛੱਡਤਾ ਸੀ। ਅਸਹਿਯੋਗ ਅੰਦੋਲਨ ਕਿਹਨੇ ਚਲਾਇਆ ਸੀ? ਚਲਾਇਆ ਸੀ ਮਹਾਤਮਾ ਗਾਂਧੀ ਜੀ ਨੇ। ਸਵਦੇਸ਼ੀ ਅੰਦੋਲਨ ਸੁਰਿੰਦਰ ਨਾਥ ਬੈਨਰਜੀ ਨੇ। ਠੀਕ ਹੈ, ਸਵਦੇਸ਼ੀ ਅੰਦੋਲਨ। ਇਸ ਤੋਂ ਬਾਅਦ ਆ ਗਿਆ ਆਪਣਾ ਭਾਰਤੀ ਰਾਸ਼ਟਰੀ ਸੈਨਾ। ਠੀਕ ਹੈ ਜੀ, ਭਾਰਤੀ ਰਾਸ਼ਟਰੀ ਸੈਨਾ, ਅਤੇ ਇਹ ਕਿਹਨੇ ਚਲਾਈ ਸੀ? ਇਹ ਚਲਾਈ ਸੀ ਆਪਣੇ ਸੁਭਾਸ਼ ਚੰਦਰ ਬੋਸ ਨੇ। ਇਸ ਤੋਂ ਬਾਅਦ ਸਵਰਾਜ ਪਾਰਟੀ ਤੁਹਾਨੂੰ ਪਹਿਲਾਂ ਵੀ ਕਰਵਾ ਕੇ ਗਏ। ਅੱਧੀਆਂ ਬੁੱਕਾਂ 'ਤੇ 1922 ਹੈ, ਅੱਧੀਆਂ 'ਤੇ 1923 ਹੈ। ਠੀਕ ਹੈ ਜੀ, ਅਤੇ ਉਦੋਂ ਇਹ ਮੋਤੀ ਲਾਲ ਨਹਿਰੂ ਜੀ ਨੇ ਸੀਆ ਦਾਸ ਨਾਲ ਮਿਲ ਕੇ ਇਹ ਆਪਣੀ ਸਵਰਾਜ ਪਾਰਟੀ ਬਣਾਈ ਸੀ। ਇਸ ਤੋਂ ਬਾਅਦ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰੇ ਕਥਨ ਕਿਸ ਦਾ? ਬਾਹਲੇ ਬੱਚੇ ਉਲਝੇ ਬੈਠੇ ਸੀ ਇਹਦੇ ਵਿੱਚ, ਬਾਹਲੇ ਜ਼ਿਆਦੇ ਇਨਕਲਾਬ ਜਿੰਦਾਬਾਦ ਦੇ ਸੰਬੰਧ ਦੇ ਵਿੱਚ ਇਹਨਾਂ ਨੂੰ ਉਲਝੇ ਬੈਠੇ ਸੀ। ਦੇਖੋ, ਜਿਹੜਾ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਇਹ ਕਿਹਨੇ ਕਿਹਾ ਜੀ? ਇਹ ਕਿਹਾ ਆਪਣੇ ਮੁਹੰਮਦ ਇਕਬਾਲ ਨੇ। ਓਕੇ ਜੀ, ਭਗਤ ਸਿੰਘ ਤੁਹਾਨੂੰ ਪਤਾ ਹੀ ਹੈ, ਸਾਡਰਸ ਨੂੰ ਮਾਰਿਆ ਸੀ। ਹਸਰਤ ਮਹਾਨੀ ਨੇ ਕੀ ਕਰਿਆ ਸੀ? ਇਨਕਲਾਬ ਜਿੰਦਾਬਾਦ ਦਾ ਨਾਅਰਾ ਦਿੱਤਾ ਸੀ, ਸਲੋਗਨ ਦਿੱਤਾ ਸੀ, ਪਰ ਲਾਇਆ ਕਿ ਨਹੀਂ ਸੀ ਇਹਨੂੰ, ਉਹ ਨਾਅਰੇ ਨੂੰ ਭਗਤ ਸਿੰਘ ਨੇ। ਮੁਹੰਮਦ ਇਕਬਾਲ ਨੇ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਰਾਮ ਪ੍ਰਸਾਦ ਬਿਸਮਲ, ਇਹ ਕੋਕਰੀ ਕਾਂਡ ਦਾ ਨੇਤਾ ਸੀ। ਠੀਕ ਹੈ ਜੀ, ਇਸ ਤੋਂ ਬਾਅਦ ਆ ਗਿਆ ਮਹਾਤਮਾ ਗਾਂਧੀ ਨੂੰ ਅੱਧ ਨੰਗਾ ਫਕੀਰ ਕਿਸ ਨੇ ਕਿਹਾ? ਇਹ ਕਿਹਾ ਸੀ ਜੀ, ਦੇਖੋ ਇਹ ਟ੍ਰਿਕ ਦੱਸਦਾ ਤੁਹਾਨੂੰ। ਜੇ ਕੋਈ ਆਪਣੇ ਪਿੰਡਾਂ ਦੇ ਵਿੱਚ ਕੋਈ ਨੰਗਾ ਬੰਦਾ ਫਿਰਦਾ ਹੋਵੇ, ਠੀਕ ਹੈ, ਅੱਧ ਦੇ ਕੱਪੜੇ ਪਾ ਕੇ ਤੁਰਿਆ ਫਿਰਦਾ ਹੋਵੇ, ਉਹ ਕੀ ਹੋ ਜਾਂਦਾ? ਆਪਣੀ ਚਰਚਾ ਦਾ ਵਿਸ਼ਾ ਨਹੀਂ ਹੋ ਜਾਂਦਾ? ਆਪਾਂ ਕਹਿੰਦੇ ਯਾਰ ਚਰਚਾ ਦਾ ਵਿਸ਼ਾ ਬਣ ਜਾਂਦਾ ਉਹ ਇੱਕ 'ਚ, ਆਹ ਬੰਦਾ ਅੱਧ ਨੰਗਾ ਤੁਰਿਆ ਫਿਰਦਾ। ਠੀਕ ਹੈ, ਅਤੇ ਚਰਚਾ ਤੋਂ ਚਰਚਲ ਯਾਦ ਕਰ ਲਿਓ। ਠੀਕ ਹੈ, ਚਰਚਲ ਨੇ ਕਿਹਾ ਸੀ ਉਹਨੂੰ ਅੱਧ ਨੰਗਾ ਫਕੀਰ। ਮਹਾਤਮਾ ਗਾਂਧੀ ਨੇ ਡਾਂਡੀ ਮਾਰਚ ਦੀ ਸ਼ੁਰੂਆਤ ਕਿਸ ਸਥਾਨ ਤੋਂ ਕੀਤੀ? ਇਹ ਤੁਹਾਨੂੰ ਪਤਾ ਹੀ ਹੈ, ਡਾਂਡੀ ਮਾਰਚ ਨੂੰ ਨਮਕ ਸੱਤਿਆਗ੍ਰਹਿ ਵੀ ਕਹਿ ਦਿੰਦੇ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ 'ਤੇ ਸਾਰਾ ਹੱਕ ਹੈ ਜਿਹੜਾ ਉਹ ਭਾਰਤੀਆਂ ਦਾ ਗਾ, ਅਤੇ ਪਰ ਭਾਰਤੀਆਂ ਨੂੰ ਉਹਦੇ ਵਿੱਚ ਐਂਟਰ ਕਰਨ ਨਹੀਂ ਦਿੰਦੇ ਸੀ। ਅਤੇ ਇਹ ਕਿਹੜਾ ਮਾਰਚ ਸੀ ਜੀ? ਇਹ ਮਾਰਚ ਨੂੰ ਕਿਹਾ ਜਾਂਦਾ ਗਾ ਡਾਂਡੀ ਮਾਰਚ। 24 ਦਿਨਾਂ ਦੀ ਪੈਦਲ ਯਾਤਰਾ ਕੀਤੀ ਸੀ ਇਹਨਾਂ ਦੇ ਇਹਦੇ ਵਿੱਚ, ਅਤੇ ਜਦੋਂ ਤੁਰੇ ਸੀ ਇਹਨਾਂ ਦੇ 78 ਬੰਦੇ ਸੀ ਜਿਹੜੇ ਤੁਰੇ ਸੀ ਇਹਦੇ ਵਿੱਚ। ਠੀਕ ਹੈ ਜੀ, ਇਸ ਤੋਂ ਬਾਅਦ ਪਲਾਸੀ ਦਾ ਯੁੱਧ ਕਿਸ ਕਿਸ ਵਿਚਾਲੇ ਹੋਇਆ? ਪਲਾਸੀ ਦਾ ਯੁੱਧ ਕਿਹਦੇ ਵਿਚਾਲੇ ਹੋਇਆ? ਪਹਿਲਾਂ ਪਲਾਸੀ ਲੜਾਈ ਦੱਸੋ ਕਦੋਂ ਹੋਈ ਸੀ? 1757 ਦੇ ਵਿੱਚ। ਰੋਬਰਟ ਕਲਾਈਵ ਸੀ ਜਿਹੜਾ, ਉਹ ਇਹਨੂੰ ਲੀਡ ਕਰ ਰਿਹਾ ਸੀ, ਜਿਹਨੂੰ ਖੁਸ਼ ਹੋ ਕੇ ਉਹਨੂੰ ਬੰਗਾਲ ਦਾ ਗਵਰਨਰ ਵੀ ਬਣਾਤਾ ਸੀ। ਇਹ ਹੋਈ ਸੀ ਜੀ ਈਸਟ ਇੰਡੀਆ ਕੰਪਨੀ ਅਤੇ ਸਰਾਜੂ ਦੌਲਾ ਵਿਚਾਲੇ।
ਜੇ ਕਿਤੇ ਵੀ ਇਤਿਹਾਸ ਦੇ ਵਿੱਚੋਂ ਮੇਨ ਆਪਰੇਸ਼ਨ ਬਣਦਾ ਨਾ, ਉਹ ਇਹਨਾਂ ਆਪਰੇਸ਼ਨਾਂ ਦੇ ਵਿੱਚ ਵੀ ਬਣਦੇ ਆ। ਇੱਕ ਪਲਾਸੀ ਲੜਾਈ ਹੋ ਗਈ, ਪਲਾਸੀ ਲੜਾਈ ਮੇਨ ਹੈਗੀ। ਇੱਕ ਤੁਹਾਨੂੰ ਹੋਰ ਯਾਦ ਕਰਵਾ ਦਿੰਦਾ, ਤਰੈਣ ਦੀ ਲੜਾਈ। ਇਹ ਆਪਰੇਸ਼ਨ ਵੀ ਬਹੁਤ ਵਾਰੀ ਪੁੱਛਿਆ ਜਾਂਦਾ ਜੀ। ਤਰੈਣ ਦੀ ਲੜਾਈ ਹੋਈ ਸੀ ਜਾਂ ਤਰੈਣ ਦਾ ਯੁੱਧ, ਇਹ 2 ਯੁੱਧ ਹੋਏ ਸੀ ਤਰੈਣ ਦੇ। ਇੱਕ ਤਾਂ ਹੋਇਆ ਸੀ 1192 ਦੇ ਵਿੱਚ, ਨਹੀਂ 1191 ਦੇ ਵਿੱਚ। ਇੱਕ ਹੋਇਆ ਸੀ 1192 ਦੇ ਵਿੱਚ। ਠੀਕ ਹੈ ਜੀ, 1191 ਅਤੇ 1192 ਦੇ ਵਿੱਚ 2 ਤਰ੍ਹਾਂ ਦੇ ਯੁੱਧ ਹੋਏ ਸੀ। ਇਸ ਤੋਂ ਬਾਅਦ ਗਾਂਧੀ ਜੀ ਨੂੰ ਪਹਿਲਾ ਸੱਤਿਆਗ੍ਰਹਿ ਨੀਲ ਦੀ ਖੇਤੀ ਦੇ ਵਿਰੋਧ ਵਿੱਚ ਕਿਸਾਨਾਂ ਦੀ ਕਿਹੜੇ ਸਥਾਨ 'ਤੇ ਗਏ? ਗਾਂਧੀ ਨੀਲ ਦੀ ਖੇਤੀ ਦੇ ਵਿਰੋਧ ਲਈ ਕਿਸਾਨਾਂ ਦਾ ਕਿਸ ਸਥਾਨ 'ਤੇ ਗਏ ਸੀ? ਇਹ ਗਏ ਸੀ ਜੀ ਚੰਪਾਰਨ। ਚੰਪਾਰਨ ਇਹਨਾਂ ਨੇ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ ਆਪਦਾ ਸਭ ਤੋਂ ਪਹਿਲਾਂ। ਠੀਕ ਹੈ ਜੀ। ਇਹ ਨੀਲ ਖੇਤੀ ਦਾ ਕੀ ਚੱਕਰ ਸੀ? ਇੱਥੇ ਨਾ ਕੀ ਕਰਿਆ ਸੀ, ਇੱਕ ਅੰਗਰੇਜ਼ਾਂ ਦੀ ਚਲਾਈ ਵੀ ਸੀ ਮੁਹਿੰਮ। ਉਹ ਮੁਹਿੰਮ ਦੇ ਵਿੱਚ ਬੱਚੋ ਕੀ ਹੁੰਦਾ ਸੀ ਦੇਖੋ, ਇੱਥੇ ਚੱਲਦਾ ਸੀ 3 ਕਠੀਆ। 3 ਕਠੀਆ ਨਿਯਮ ਚੱਲਦਾ ਸੀ ਦੇਖੋ, 3 ਕਠੀਆ ਨਿਯਮ। ਇਹ ਹੁਣ ਜੋ 3 ਕਠੀਆ ਨਿਯਮ ਸੀ ਬੱਚੇ, ਇਹਦੇ 'ਚ ਹੁੰਦਾ ਕੀ ਸੀ ਪਹਿਲਾਂ ਇਹ ਸਮਝੋ। ਜਿਹੜੇ 3 ਕਠੀਆ ਨਿਯਮ ਸੀ ਇਹਦਾ ਮਤਲਬ ਹੁੰਦਾ ਸੀ ਕਿ 3/20। 3/20 ਦਾ ਮਤਲਬ ਕੀ ਹੈ ਕਿ ਮੰਨ ਲਓ ਆਪਣੇ ਕੋਲ 20 ਕਿਲੋ ਫਸਲ ਹੋ ਗਈ, 20 ਕਿਲੋ ਫਸਲ ਦੇ ਵਿੱਚੋਂ 3 ਕਿਲੋ ਫਸਲ ਤਾਂ ਆਪਾਂ ਰੱਖਣੀ ਹੈ, ਅਤੇ ਸਮਝ ਲਓ ਕਿ ਜਿਹੜੀ ਬਾਕੀ 17 ਕਿਲੋ ਰਹੇਗੀ ਉਹ ਅੰਗਰੇਜ਼ ਸਰਕਾਰ ਲੈ ਕੇ ਜਾਊਗੀ। ਠੀਕ ਹੈ, 20 ਦੇ 3 ਹਿੱਸੇ ਉਹਨਾਂ ਕੋਲ, ਬਾਕੀ ਦੇ ਸਾਰੇ ਉਹਨਾਂ ਕੋਲ। ਇਹਦੇ ਕਰਕੇ ਜਿਹੜਾ ਕਿਸਾਨ ਸੀ ਉਹ ਦਿਨੋਂ ਦਿਨ ਕੀ ਹੋ ਰਿਹਾ ਸੀ, ਗਰੀਬ ਹੋ ਰਿਹਾ ਸੀ, ਉਹਦਾ ਸ਼ੋਸ਼ਣ ਹੋ ਰਿਹਾ ਸੀ। ਇਹ ਚੀਜ਼ਾਂ ਤੋਂ ਦੁਖੀ ਹੋ ਕੇ ਉੱਥੋਂ ਇੱਕ ਪਤਾ ਨਹੀਂ ਉਹਦਾ ਨਾਮ ਕੀ ਸੀ, ਮੈਂ ਨਾਮ ਮੈਂ ਥੋੜ੍ਹਾ ਦਿਮਾਗ ਦੇ ਵਿੱਚ ਸਕਿਪ ਕਰ ਰਿਹਾ ਹੈਗਾ। ਇੱਕ ਕਿਸਾਨ ਸੀ ਅਤੇ ਉਹ ਗਾਂਧੀ ਜੀ ਕੋਲ ਆਇਆ, ਰਾਜਕੁਮਾਰ ਸੀ ਸ਼ਾਇਦ ਉਹਦਾ ਨਾਮ। ਗਾਂਧੀ ਜੀ ਕੋਲ ਆਇਆ, ਗਾਂਧੀ ਜੀ ਨੂੰ ਆ ਕੇ ਕਹਿੰਦਾ ਤੁਸੀਂ ਸਾਡੇ ਨਾਲ ਇੱਕ ਸਾਡੇ ਸੱਤਿਆਗ੍ਰਹਿ ਦੇ ਵਿੱਚ ਸਾਥ ਦਿਓ। ਅਤੇ ਗਾਂਧੀ ਜੀ ਫਿਰ ਉਹਦੇ ਕੋਲ ਗਏ ਸੱਤਿਆਗ੍ਰਹਿ ਦੇ ਵਿੱਚ ਉੱਥੇ। ਅਤੇ ਉੱਥੇ ਗਾਂਧੀ ਜੀ ਨੇ ਇਹ ਜਿਹਾ 3 ਕਠੀਆ ਚੱਲ ਰਿਹਾ ਸੀ ਕਿ 3 ਹਿੱਸੇ ਤਾਂ ਕਿਸਾਨ ਨੂੰ ਅਤੇ 20 ਹਿੱਸੇ ਕਿਹਨੇ ਹੈ, ਅੰਗਰੇਜ਼ ਸਰਕਾਰ ਦੇ। ਤਾਂ ਗਾਂਧੀ ਜੀ ਨੇ ਇਹਦੇ ਵਿੱਚ ਕੀ ਕੀਤਾ, ਗਾਂਧੀ ਜੀ ਇਹਨਾਂ ਨੂੰ ਪੂਰਾ ਭਰੋਸਾ ਦਿਵਾਇਆ ਕਿ ਭਾਈ ਇਹ ਐਂ ਨਾ ਕਰੋ ਅੰਗਰੇਜ਼ਾਂ ਨੂੰ। ਅਤੇ ਬਹੁਤ ਉਹਨਾਂ ਨੂੰ ਮਤਲਬ ਉਹਨਾਂ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਡਟੇ ਰਹੇ, ਜਿਹਦੇ ਕਰਕੇ ਉਹਨਾਂ ਦੀ ਜਿੱਤ ਵੀ ਹੋਈ ਇਹਦੇ ਵਿੱਚ। ਠੀਕ ਹੈ ਜੀ। ਇਸ ਤੋਂ ਅਗਲਾ ਆ ਮਹੱਤਵਪੂਰਨ ਤੱਤ ਆ ਦੇਖੋ, ਆਹ ਜਿਹੜਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ, ਇਹਦੇ ਆਉਣ ਦੇ ਫੁੱਲ ਚਾਂਸ ਹੈ। ਕਿਉਂ? ਕਿਉਂਕਿ ਜਿਹੜਾ 1857 ਈਸਵੀ ਦਾ ਵਿਦਰੋਹ ਹੋਇਆ ਸੀ, ਠੀਕ ਹੈ, 1857 ਈਸਵੀ ਦਾ ਵਿਦਰੋਹ ਉੱਠਿਆ ਤਾਂ ਬਹੁਤ ਛੇਤੀ ਸੀ। ਕਹਿਣ ਦਾ ਮਤਲਬ ਕਿ 1857 ਈਸਵੀ ਦੇ ਵਿਦਰੋਹ ਦੇ ਵਿੱਚ ਬਹੁਤ ਵਧੀਆ ਵਿਦਰੋਹ ਉੱਠਿਆ ਸੀ, ਪਰ ਇਹਦੇ ਵਿੱਚ ਕੀ ਘਾਟ ਪੈ ਗਈ ਸੀ, ਇਹਦੇ ਵਿੱਚ ਗਦਾਰ ਵਾਲੇ ਰਲ ਗਏ ਸੀ। ਜਿਹੜੇ ਵਿਚਲੇ ਬੰਦੇ ਸੀ ਆਪਣੇ ਆਪ ਦੇ ਬੰਦੇ ਗਦਾਰੀ ਕਰਨ ਲੱਗ ਗਏ ਸੀ। ਆਪਦੀ ਗਦਾਰੀ ਕਰਕੇ ਆਪਣੀ ਆਜ਼ਾਦੀ 100 ਸਾਲ ਲੇਟ ਹੋ ਗਈ। ਨਹੀਂ ਆਪਾਂ ਨੂੰ 1947 ਦੇ ਵਿੱਚ ਨਹੀਂ ਆਜ਼ਾਦੀ ਮਿਲਣੀ ਸੀ, ਆਪਾਂ ਨੂੰ 1857 ਦੇ ਵਿੱਚ ਹੀ ਆਜ਼ਾਦੀ ਮਿਲ ਜਾਂਦੀ। ਆਪਾਂ ਕਈ ਵਾਰੀ ਹੁਣ ਕਹਿ ਦਿੰਦੇ ਹੁੰਦੇ ਜਦੋਂ ਕੋਈ ਬੰਦਾ ਗਦਾਰ ਹੁੰਦਾ, ਆਪਾਂ ਕਹਿ ਦਿੰਦੇ ਕਿ ਗਦਾਰੀ ਬਹੁਤ ਮਾੜੀ ਚੀਜ਼ ਹੈ, ਕਿ ਗਦਾਰੀ ਕਰਕੇ ਨਾ ਆਪਣੀ ਆਜ਼ਾਦੀ 100 ਸਾਲ ਲੇਟ ਹੋ ਗਈ। ਨਹੀਂ ਆਪਾਂ ਨੂੰ 1857 ਦੇ ਵਿੱਚ ਹੀ ਆਜ਼ਾਦੀ ਮਿਲ ਜਾਣੀ ਸੀ, ਜਦੋਂ ਕਿ ਮੰਗਲ ਪਾਂਡੇ ਨੇ ਇਹ ਸ਼ੁਰੂ ਕਰਤਾ ਸੀ। ਬਾਅਦ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਅਲੱਗ-ਅਲੱਗ ਥਾਵਾਂ ਤੋਂ ਵੱਖ-ਵੱਖ ਲੋਕ ਇਹਨੂੰ ਲੀਡ ਕਰ ਰਹੇ ਸੀ। ਜਿਵੇਂ ਝਾਂਸੀ ਦੇ ਵਿੱਚੋਂ ਤਾਂ ਰਾਣੀ ਲਕਸ਼ਮੀ ਬਾਈ ਲੀਡ ਕਰ ਰਹੀ ਸੀ ਇਹਨਾਂ ਨੂੰ। ਠੀਕ ਹੈ ਜੀ। ਅਤੇ ਕੁੰਵਰ ਸਿੰਘ ਕਿੱਥੋਂ ਲੀਡ ਕਰ ਰਿਹਾ ਸੀ? ਬਿਹਾਰ ਦੇ ਵਿੱਚੋਂ। ਤਾਤੀਆ ਤੋਪੇ ਕਿੱਥੋਂ ਲੀਡ ਕਰ ਰਿਹਾ ਸੀ? ਗਵਾਲੀਅਰ ਦੇ ਵਿੱਚੋਂ। ਨਾਨਾ ਸਾਹਿਬ ਕਿੱਥੋਂ ਲੀਡ ਕਰ ਰਿਹਾ ਸੀ? ਕਾਨਪੁਰ ਦੇ ਵਿੱਚੋਂ। ਅਤੇ ਮੌਲਵੀ ਅਹਿਮਦੁੱਲਾ ਕਿੱਥੋਂ ਲੀਡ ਕਰ ਰਿਹਾ ਸੀ? ਫੈਜ਼ਾਬਾਦ ਦੇ ਵਿੱਚੋਂ। ਅਤੇ ਇੱਕ ਰਾਜਸਥਾਨ ਦੇ ਵਿੱਚੋਂ ਕੌਣ ਲੀਡ ਕਰ ਰਿਹਾ ਸੀ? ਰਾਜਸਥਾਨ ਦੇ ਵਿੱਚੋਂ ਲੀਡ ਕਰ ਰਿਹਾ ਸੀ ਹਰਦਿਆਲ ਸਿੰਘ ਅਤੇ ਗੁਰਦਿਆਲ ਸਿੰਘ। ਹਰਦਿਆਲ ਸਿੰਘ ਅਤੇ ਗੁਰਦਿਆਲ ਸਿੰਘ ਉਹ ਕਰ ਰਹੇ ਸੀ ਲੀਡ ਰਾਜਸਥਾਨ ਦੇ ਵਿੱਚੋਂ। ਠੀਕ ਹੈ ਜੀ। ਇਹ ਸਾਰੇ ਲੀਡ ਕਰ ਰਹੇ ਸੀ। ਇਹਦੇ ਵਿੱਚ ਜਦੋਂ ਗਦਾਰ ਸ਼ਾਮਲ ਹੋ ਗਏ, ਗਦਾਰੀ ਦੇ ਕਾਰਨ ਆਪਣੀ ਆਜ਼ਾਦੀ 100 ਸਾਲ ਲੇਟ ਹੋ ਗਈ। ਅਤੇ ਤੁਸੀਂ ਪੱਕਾ ਯਾਦ ਕਰ ਲਓ, ਪੁੱਛ ਸਕਦੇ ਕਿ 1757 ਦਾ ਜਿਹੜਾ ਵਿਦਰੋਹ ਹੋਇਆ, 1857 ਦਾ ਜਿਹੜਾ ਵਿਦਰੋਹ ਹੋਇਆ ਹੈਗਾ, ਉਹਦੇ ਵਿੱਚ ਬਿਹਾਰ ਤੋਂ ਕੌਣ ਲੀਡ ਕਰ ਰਹੇ ਸੀ? ਇਹ ਪ੍ਰਸ਼ਨ ਡਾਇਰੈਕਟ ਪੁੱਛਿਆ ਜਾਣਾ ਗਾ। ਠੀਕ ਹੈ ਜੀ, ਡਾਇਰੈਕਟ ਪੁੱਛਿਆ ਜਾਣਾ ਗਾ। ਇੱਕ ਪ੍ਰਸ਼ਨ ਹੋਰ ਵੀ ਆਇਆ ਵਾ ਸੀ ਪਿਛਲੇ ਪੇਪਰ ਜੇ ਮੈਂ ਕੱਢ ਕੇ ਦੇਖਿਆ, ਉਹਦੇ ਵਿੱਚ ਕੀ ਆਇਆ ਸੀ ਕਿ ਆਪਣਾ ਜਿਹੜਾ ਲਖਨਊ ਆ, ਲਖਨਊ ਤੋਂ 1857 ਈਸਵੀ ਦਾ ਵਿਦਰੋਹ ਕੌਣ ਲੀਡ ਕਰ ਰਿਹਾ ਸੀ? ਉੱਥੋਂ ਕਰ ਰਹੀ ਸੀ ਹਜ਼ਰਤ ਮਹਿਲ। ਉੱਥੋਂ ਲੀਡ ਕਰ ਰਹੀ ਸੀ ਹਜ਼ਰਤ ਮਹਿਲ। ਕਿੱਥੋਂ ਲੀਡ ਕਰ ਰਹੀ ਸੀ? ਲਖਨਊ ਤੋਂ। 1857 ਦੇ ਵਿਦਰੋਹ ਦੇ ਬੰਦੇ ਆ ਸਾਰੇ ਜਿਹੜੇ ਲੀਡ ਕਰ ਰਹੇ ਸੀ। 1857 ਈਸਵੀ ਦੇ ਵਿਦਰੋਹ ਦੇ ਵਿੱਚੋਂ ਫੈਜ਼ਾਬਾਦ ਤੋਂ ਕੌਣ ਲੀਡ ਕਰ ਰਿਹਾ ਸੀ? ਮੌਲਵੀ। ਕਾਨਪੁਰ ਤੋਂ ਨਾਨਾ, ਗਵਾਲੀਅਰ ਤੋਂ ਤਾਤੀਆ ਅਤੇ ਬਿਹਾਰ ਤੋਂ ਕੁੰਵਰ ਸਿੰਘ। ਇਹ ਬੰਦੇ ਲਖਨਊ ਤੋਂ ਹਜ਼ਰਤ ਮਹਿਲ ਅਤੇ ਰਾਜਸਥਾਨ ਤੋਂ ਹਰਦਿਆਲ ਅਤੇ ਗੁਰਦਿਆਲ। ਇਸ ਤੋਂ ਬਾਅਦ ਕਾਲ ਕੋਠਰੀ ਦੀ ਘਟਨਾ ਕਿੱਥੇ ਹੋਈ? ਕਾਲ ਕੋਠਰੀ ਦੀ ਘਟਨਾ ਬਾਰੇ ਤੁਹਾਨੂੰ ਮੈਂ ਚੰਗੀ ਤਰ੍ਹਾਂ ਦੱਸਦਾ ਕਿੱਥੇ ਹੋਈ ਸੀ ਕਾਲ ਕੋਠਰੀ ਦੀ ਘਟਨਾ। ਦੇਖੋ ਜੀ, ਕਾਲ ਕੋਠਰੀ ਦੀ ਘਟਨਾ ਬਾਰੇ, ਕਾਲ ਕੋਠਰੀ ਦੀ ਘਟਨਾ ਹੋਈ ਕੀ ਸੀ? ਸਭ ਤੋਂ ਪਹਿਲਾਂ ਇਹ ਪ੍ਰਸ਼ਨ ਸੁਣ ਲਓ। ਕਾਲ ਕੋਠਰੀ ਦੀ ਘਟਨਾ ਹੋਈ ਸੀ, ਇਹ ਹੋਈ ਸੀ ਜੀ ਕਲਕੱਤਾ ਵਿਖੇ। ਹੁਣ
ਮੈਨੂੰ ਪਤਾ ਕਿ ਬਹੁਤ ਬੱਚਿਆਂ ਨੂੰ ਪਤਾ ਨਹੀਂ ਹੋਣਾ ਕਿ ਕਾਲ ਕੋਠੜੀ ਦੀ ਘਟਨਾ ਕੀ ਸੀ। ਪਹਿਲਾਂ ਕਾਲ ਕੋਠੜੀ ਦੀ ਘਟਨਾ ਸੁਣ ਲਓ, ਨਾਲ ਤਾਂ ਇੱਕ ਕਹਾਣੀ ਨੂੰ ਸੁਣ ਲਿਆ ਕਰੋ, ਨਾਲ ਇੰਟਰਸਟ ਪੈਦਾ ਹੋ ਜਾਂਦਾ। ਠੀਕ ਹੈ, ਦੇਖੋ ਕੀ ਗੱਲ ਸੀ। ਕਾਲ ਕੋਠੜੀ ਦੀ ਘਟਨਾ ਹੋਈ ਸੀ ਨਾ, ਇਹ 20 ਜੂਨ 1756 ਦੇ ਵਿੱਚ ਹੋਈ ਸੀ। ਠੀਕ ਹੈ, ਡੇਟ ਰੱਖਣ ਦੀ, ਯਾਦ ਰੱਖਣ ਦੀ ਕੋਈ ਲੋੜ ਨਹੀਂ, ਬਸ ਸਿੱਧਾ ਸਮਝ ਲਓ ਕਿ ਕਾਲ ਕੋਠੜੀ ਦੀ ਘਟਨਾ ਕਿੱਥੇ, ਕਲਕੱਤਾ ਦੇ ਵਿੱਚ ਹੋਈ ਸੀ। ਇਹਦੇ ਵਿੱਚ ਕੀ ਹੋਇਆ ਸੀ, ਇਹ ਕਲਕੱਤਾ ਦੇ ਵਿੱਚ ਘਟੀ ਸੀ। ਇਹਦੇ ਵਿੱਚ ਕੀ ਹੋਇਆ ਸੀ, ਜਿਹੜਾ ਬੰਗਾਲ ਦਾ ਨਵਾਬ ਸੀ, ਬੰਗਾਲ ਦਾ ਨਵਾਬ ਸੀ, ਕੌਣ ਸੀ ਬੰਗਾਲ ਦਾ ਨਵਾਬ? ਸਿਰਾਜੂਦੌਲਾ। ਬੰਗਾਲ ਦਾ ਨਵਾਬ ਸਿਰਾਜੂਦੌਲਾ ਸੀ। ਉਹਨੇ ਕੀ ਕੀਤਾ, ਉਹਨੇ ਆਪਦੀ ਮਤਲਬ ਜੇਲ੍ਹ ਦੇ ਵਿੱਚ, ਠੀਕ ਹੈ, 146 ਅੰਗਰੇਜ਼ਾਂ ਨੂੰ ਬੰਦੀ ਬਣਾ ਲਿਆ, ਜਿਹਦੇ ਵਿੱਚ ਔਰਤਾਂ ਵੀ ਸੀ, ਜਿਹਦੇ ਵਿੱਚ ਬੱਚੇ ਵੀ ਸੀ। ਠੀਕ ਹੈ ਜੀ, ਜਿਹਨੂੰ ਬੰਦੀ ਬਣਾ ਲਿਆ ਇਹਨੇ, ਸਿਰਾਜੂਦੌਲਾ ਨੇ। ਬਾਅਦ ਵਿੱਚ ਉਹਨੂੰ ਸਾਰੇ ਨੂੰ ਇਕੱਠਾ ਕਰਕੇ ਨੇ ਇੱਕ ਕਾਲ ਕੋਠੜੀ ਦੇ ਵਿੱਚ ਵਾੜਤਾ। ਕਾਲ ਕੋਠੜੀ ਦੇ ਵਿੱਚ ਜੋ ਵਾੜਤਾ, ਉੱਥੇ 123 ਜਾਣੇ ਤਾਂ ਮਰ ਗਏ ਦਮ ਘੁੱਟ ਕੇ। ਠੀਕ ਹੈ ਜੀ, ਇਸ ਘਟਨਾ ਨੂੰ ਕੀ ਕਿਹਾ ਜਾਂਦਾ? ਇਸ ਘਟਨਾ ਨੂੰ ਕਿਹਾ ਜਾਂਦਾ ਕਾਲ ਕੋਠੜੀ ਦੀ ਘਟਨਾ। ਸਿਰਾਜੂਦੌਲਾ ਨੇ ਇਹ ਕਰੀ ਸੀ ਕਾਲ ਕੋਠੜੀ ਦੀ ਘਟਨਾ, ਜਿਹਦੇ ਵਿੱਚ ਉਹਨਾਂ ਨੇ ਅੰਗਰੇਜ਼ਾਂ ਨੂੰ ਅੰਦਰ ਤਾੜਤਾ ਸੀ, ਜਿਹਦੇ 'ਚ ਬੱਚੇ ਵੀ ਸੀ, ਔਰਤਾਂ ਵੀ ਸੀ ਅਤੇ ਅੰਗਰੇਜ਼ ਵੀ ਸੀ, ਅਤੇ ਅੰਦਰ ਤਾੜ ਕੇ ਉਹਨੂੰ ਮਾਰਤਾ, ਜਿਹਦੇ ਵਿੱਚ 123 ਤਾਂ ਮਰ ਗਏ ਸੀ, ਬਾਕੀ ਜਿੰਦਾ ਬਚ ਗਏ ਸੀ। ਭਾਰਤੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਮਹਿਲਾ ਮੁਸਲਮਾਨ ਪ੍ਰਧਾਨ ਕੌਣ ਸੀ? ਭਾਰਤੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਮੁਸਲਮਾਨ ਪ੍ਰਧਾਨ ਕੌਣ ਸੀ? ਇਹ ਹੈਗਾ ਸੀ ਜੀ ਆਪਣਾ ਅਵਾਸ ਬਦਰੁਦੀਨ ਤੈਪਜੀ। ਠੀਕ ਹੈ ਜੀ, ਬਦਰੁਦੀਨ ਤੈਪਜੀ ਸੀ, ਜਿਹੜੇ ਕਿ ਆਪਣੇ ਪ੍ਰਧਾਨ ਸੀ, ਪਹਿਲੇ ਮੁਸਲਿਮ ਪ੍ਰਧਾਨ ਸੀ INC ਦੇ, ਇੰਡੀਅਨ ਨੈਸ਼ਨਲ ਕਾਂਗਰਸ, ਜਿਹੜੀ ਕਿ 1885 ਦੇ ਵਿੱਚ ਬਣੀ ਸੀ। ਏਓ ਹਿਊਮ ਫੋਰਡਰ ਸੀ। ਜਿਹੜਾ ਬੈਨਰਜੀ ਸੀ ਉਹ ਇਹਦਾ ਪਹਿਲਾ ਪ੍ਰਧਾਨ ਸੀ। ਠੀਕ ਹੈ, ਅਤੇ ਅਸਤੀਫਾ ਕਿਹਨੇ ਦਿੱਤਾ ਸੀ? ਸੁਭਾਸ਼ ਚੰਦਰ ਬੋਸ ਨੇ ਦਿੱਤਾ ਸੀ। ਸਭ ਤੋਂ ਯੰਗੈਸਟ ਕੌਣ ਸੀ? ਆਪਣਾ ਅਬਦੁਲ ਕਲਾਮ। ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸਨੇ ਕੀਤੀ? ਰਾਮ ਕ੍ਰਿਸ਼ਨ ਮਿਸ਼ਨ, ਇਹ ਦੁਬਾਰਾ ਰਿਪੀਟ ਹੋ ਗਿਆ। ਇਹਦੀ ਕਰੀ ਸੀ ਆਪਣੀ ਵਿਵੇਕਾਨੰਦ ਨੇ। ਰਾਮ ਕ੍ਰਿਸ਼ਨ ਨਹੀਂ ਆਊਗਾ, ਇਹਦਾ ਵਿਵੇਕਾਨੰਦ ਆਨਸਰ ਆਊਗਾ। ਜਿਹੜਾ ਆਪਾਂ ਯੁਵਾ ਡੇ ਨਹੀਂ ਮਨਾਉਂਦੇ, ਯੁਵਾ ਡੇ ਮਨਾਉਂਦੇ ਇੱਕ ਆਪਾਂ ਯੂਥ ਡੇ ਵੀ ਵਿਵੇਕਾਨੰਦ ਦੀ ਯਾਦ ਦੇ ਵਿੱਚ ਹੀ ਮਨਾਇਆ ਜਾਂਦਾ ਹੈਗਾ। 12 ਨੂੰ ਮਨਾਇਆ ਜਾਂਦਾ, 12 ਤਰੀਕ ਨੂੰ। ਅਰਵਿੰਦੋ ਘੋਸ਼ ਨੂੰ ਕਿਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ? ਦੇਖੋ, ਇਹ ਪ੍ਰਸ਼ਨ ਸੁਣਨ ਵਾਲਾ ਹੈਗਾ ਚੰਗੀ ਤਰ੍ਹਾਂ। ਜਿਹੜਾ ਅਰਵਿੰਦ ਘੋਸ਼ ਸੀ, ਇਹਨੂੰ ਕਿਹੜੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ? ਇਹਨੂੰ ਕੀਤਾ ਗਿਆ ਸੀ ਜੀ ਆਪਣਾ ਗ੍ਰਿਫਤਾਰ ਅਲੀਪੁਰ ਬੰਬ ਕੇਸ ਦੇ ਵਿੱਚ। ਠੀਕ ਹੈ ਜੀ, ਅਤੇ ਇਹ 1 ਸਾਲ ਰਿਹਾ ਉਹ ਜੇਲ੍ਹ ਦੇ ਵਿੱਚ। ਅਰਵਿੰਦ ਘੋਸ਼ ਨੂੰ ਕਿਸ ਮਾਮਲੇ? ਅਲੀਪੁਰ ਬੰਬ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। 1 ਸਾਲ ਰਿਹਾ ਇਹ ਜੇਲ੍ਹ ਦੇ ਵਿੱਚ। ਇਸ ਤੋਂ ਬਾਅਦ ਜੀ ਅਗਲਾ ਪ੍ਰਸ਼ਨ ਆ ਗਿਆ ਆਪਣੇ ਕੋਲ, ਬਾਲ ਗੰਗਾਧਰ ਤਿਲਕ ਦਾ ਰਾਜਨੀਤਿਕ ਗੁਰੂ ਕੌਣ ਸੀ? ਬਾਲ ਗੰਗਾਧਰ ਤਿਲਕ ਦਾ ਰਾਜਨੀਤਿਕ ਗੁਰੂ ਹੈਗਾ ਸੀ ਜੀ ਸਵਾਮੀ ਵਿਵੇਕਾਨੰਦ। ਠੀਕ ਹੈ ਜੀ, ਸਵਾਮੀ ਵਿਵੇਕਾਨੰਦ ਸੀ ਜਿਹੜਾ ਕਿ ਇਹਨਾਂ ਦਾ ਗੁਰੂ ਸੀ, ਬਾਲ ਗੰਗਾਧਰ ਦਾ। ਅਤੇ ਹੁਣ ਮੈਂ ਤੁਹਾਨੂੰ ਇੱਕ ਪ੍ਰਸ਼ਨ ਹੋਰ ਪੁੱਛਣਾ ਚਾਹੁੰਦਾ ਕਿ ਮਹਾਤਮਾ ਗਾਂਧੀ ਦਾ ਕੌਣ ਸੀ ਜੀ ਪੋਲੀਟੀਕਲ ਗੁਰੂ ਜਾਂ ਰਾਜਨੀਤਿਕ ਗੁਰੂ? ਉਹਨਾਂ ਦਾ ਹੈਗਾ ਸੀ ਆਪਣਾ, ਦੱਸੋ ਜੀ ਕੌਣ ਸੀ ਉਹਨਾਂ ਦਾ? ਕਮੈਂਟਾਂ ਦੇ ਵਿੱਚ ਵੀ ਦੱਸ ਦਿਓ। ਚੱਲ ਫਿਰ ਵੀ ਮੈਂ ਇੱਕ ਵਾਰ ਦੱਸ ਦਿੰਦਾ, ਸ਼੍ਰੀ ਕ੍ਰਿਸ਼ਨ ਗੋਖਲੇ। ਠੀਕ ਹੈ, ਰਾਮ ਕ੍ਰਿਸ਼ਨ ਗੋਖਲੇ ਸੀ ਉਹਨਾਂ ਦੇ ਉਹ। ਜਿਹੜੇ ਬਾਲ ਗੰਗਾਧਰ ਤਿਲਕ ਸੀ ਨਾ, ਤੁਹਾਨੂੰ ਗੱਲ ਦੱਸ ਦਾਂਗੇ ਕੌਣ ਸੀ ਬਾਲ ਗੰਗਾਧਰ ਤਿਲਕ। ਇਹ ਗਰਮ ਧੜੇ ਦੇ ਮਾਲਕ ਸੀ, ਗਰਮ ਧੜੇ ਦੇ ਮੁਖੀ ਸੀ ਇਹ। ਇਹਨਾਂ ਨੇ 1916 ਦੇ ਵਿੱਚ ਹੋਮ ਰੂਲ ਲੀਗ ਬਣਾਈ ਸੀ, ਹੋਮ ਰੂਲ ਲੀਗ। ਇਹਨੇ ਮਿਲ ਕੇ, ਅਤੇ ਨਾਲ ਇਹਦੀ ਕੌਣ ਵਾਲੀ ਸੀ? ਐਨੀ ਬੈਸੈਂਟ। ਕੰਮ ਤਾਂ ਇਹਨਾਂ ਦਾ ਵਧੀਆ ਚੱਲ ਪਿਆ ਸੀ, ਪਰ ਬਾਅਦ ਵਿੱਚ ਕੀ ਹੋਇਆ, ਇੱਕ ਤੁਹਾਨੂੰ ਦੱਸਿਆ ਸੀ ਕਿ ਇੱਕ ਅੰਗਰੇਜ਼ ਪੱਤਰਕਾਰ ਸੀ ਜਿਹਨੇ ਇਹ 'ਤੇ ਕੇਸ ਕਰਤਾ ਸੀ ਕਿ ਇੰਡੀਆ ਦੇ ਵਿੱਚ ਜਿਹੜੇ ਵੀ ਕਿਸੇ ਦਾ ਬੇਕਸੂਰਾਂ ਦਾ ਕਤਲ ਹੋ ਰਿਹਾ, ਉਹਦਾ ਜ਼ਿੰਮੇਦਾਰ ਹੈ ਜਿਹੜਾ ਉਹ ਬਾਲ ਗੰਗਾਧਰ ਤਿਲਕ ਹੈ। ਤਾਂ ਇਹ ਆਪਦਾ ਹੋਮ ਰੂਲ ਅੰਦੋਲਨ ਵਿੱਚ ਹੀ ਛੱਡ ਕੇ ਇੰਗਲੈਂਡ ਚਲਾ ਗਿਆ, ਉਹਦੇ 'ਤੇ ਮਾਣਹਾਨੀ ਦਾ ਕੇਸ ਕਰਨ। ਇਸ ਤੋਂ ਬਾਅਦ ਇੱਧਰਲੇ ਪਾਸੇ ਕੀ ਹੋਇਆ, ਇੱਧਰਲੇ ਪਾਸੇ ਜਿਹੜੀ ਐਨੀ ਬੈਸੈਂਟ ਸੀ ਉਹ ਇਕੱਲੀ ਰਹਿ ਗਈ। ਇਕੱਲੀ ਰਹਿਣ ਵਾਸਤੇ ਕੀ ਚੱਕਰ ਪੈ ਗਿਆ? ਇਕੱਲੀ ਰਹਿਣ ਵਾਸਤੇ ਉਹ ਤੋਂ ਓਨੇ ਜ਼ੋਰ ਨਾਲ ਕੰਮ ਨਹੀਂ ਹੋਇਆ ਜਿੰਨੇ ਜ਼ੋਰ ਨਾਲ ਉਹਨੂੰ ਕਰਨਾ ਚਾਹੀਦਾ ਸੀ। ਇਕੱਲੀ ਰਹਿਣ ਕਰਕੇ ਉਹਨੂੰ ਥੋੜ੍ਹੀਆਂ ਜਿਹੀਆਂ ਮਤਲਬ ਜਿਹੜੀਆਂ ਸਕੀਮਾਂ ਬਣਾਉਣੀਆਂ ਸੀ ਉਹਦੇ ਵਿੱਚ ਵੀ ਮੁਸ਼ਕਿਲ ਹੁੰਦੀ ਸੀ, ਅਤੇ ਲੋਕਾਂ ਨੂੰ ਇਕੱਠਾ ਕਰਨ 'ਚ ਮੁਸ਼ਕਿਲ ਹੁੰਦੀ। ਤਾਂ ਕਰਕੇ ਜਿਹੜੀ ਹੋਮ ਰੂਲ ਲੀਗ ਸੀ ਇਹ ਥੋੜ੍ਹਾ ਟਾਈਮ ਚੱਲਣ ਤੋਂ ਬਾਅਦ ਅਸਫਲ ਹੋ ਗਈ। ਠੀਕ ਹੈ ਜੀ, ਪਾਣੀਪਤ ਦਾ ਤੀਸਰਾ ਯੁੱਧ ਕਦੋਂ ਹੋਇਆ? ਪਹਿਲੀ ਗੱਲ ਤਾਂ ਤੁਹਾਨੂੰ ਇਹ ਦੱਸਦਾ ਕਿ ਪਾਣੀਪਤ ਦੇ 3 ਯੁੱਧ ਹੋਏ ਸੀ। ਠੀਕ ਹੈ ਜੀ, ਪਹਿਲਾ ਤਾਂ ਹੋਇਆ ਸੀ 1556 ਦੇ ਵਿੱਚ। ਠੀਕ ਹੈ ਜੀ, ਅਤੇ ਦੂਸਰਾ ਹੋਇਆ ਸੀ ਮੇਰੇ ਹਿਸਾਬ 'ਤੇ 1576 ਦੇ ਵਿੱਚ। 1576 ਦੇ ਵਿੱਚ ਹੋਇਆ ਸੀ ਦੂਸਰਾ। ਨਹੀਂ ਜੀ, ਪਹਿਲਾ ਤਾਂ ਹੋਇਆ ਸੀ ਆਪਣਾ 1526 ਦੇ ਵਿੱਚ, ਦੂਸਰਾ ਹੋਇਆ ਸੀ 1556 ਦੇ ਵਿੱਚ, ਤੀਸਰਾ ਹੋਇਆ ਸੀ 1761 ਦੇ ਵਿੱਚ। ਇਹ ਆਪਣੇ ਕਿੰਨੇ ਯੁੱਧ ਹੋਏ ਸੀ? ਇਹ ਆਪਣੇ 3 ਯੁੱਧ ਹੋਏ ਸੀ। ਠੀਕ ਹੈ ਜੀ,
ਤੇ ਇਹ ਤਿੰਨੇ ਯੁੱਧ ਹੋਏ ਕਿਹਦੇ ਵਿਚਾਲੇ ਸੀ, ਇਹ ਗੱਲ ਸਮਝਣ ਵਾਲੀ ਹੈ। ਇਹ ਤਿੰਨੇ ਯੁੱਧ ਕਿਹਦੇ ਵਿਚਾਲੇ ਹੋਏ ਸੀ? ਇਹ ਤਿੰਨੇ ਯੁੱਧ ਹੋਏ ਸੀ ਜੀ ਆਪਣੇ ਮਰਾਠਾ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਵਿੱਚ। ਇਹ ਯੁੱਧ ਦੇ ਵਿੱਚ ਤਿੰਨ ਯੁੱਧ ਹੋਏ ਸੀ, ਦੇਖੋ 1526, 1556, 1761। ਇਹ ਤਿੰਨੇ ਯੁੱਧ ਕਿਹਦੇ ਵਿਚਾਲੇ ਹੋਏ ਸੀ? ਮਰਾਠਿਆਂ ਅਤੇ ਮਰਾਠੇ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਵਿੱਚ ਹੋਏ ਸੀ। ਠੀਕ ਹੈ ਜੀ। ਪਰ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜਾ ਜਿੱਤਿਆ ਸੀ ਉਹ ਜਿੱਤਿਆ ਸੀ ਅਬਦਾਲੀ। ਇਹ ਤਿੰਨੇ ਯੁੱਧ ਹੀ ਅਬਦਾਲੀ ਜਿੱਤਿਆ ਹੈਗਾ। ਇਸ ਤੋਂ ਬਾਅਦ ਕਿਸ ਨੇ ਕਿਹਾ ਸੀ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਨਿਵਾਸ ਕਰਦੀ ਹੈ? ਜਿਹੜੀ ਭਾਰਤ ਦੀ ਆਤਮਾ ਪਿੰਡਾਂ ਵਿੱਚ ਨਿਵਾਸ ਕਰਦੀ, ਇਹ ਕਥਨ ਕਿਸ ਦਾ ਜੀ? ਇਹ ਬਹੁਤ ਮਹੱਤਵਪੂਰਨ ਕਥਨ ਹੈ, ਭੁੱਲਣਾ ਨਹੀਂ ਹੈਗਾ। ਇਹ ਕਥਨ ਹੈਗਾ ਜੀ ਆਪਣੇ ਮਹਾਤਮਾ ਗਾਂਧੀ ਜੀ ਦਾ। ਠੀਕ ਹੈ ਜੀ, ਮਹਾਤਮਾ ਗਾਂਧੀ ਜੀ ਦਾ ਕਥਨ ਹੈ ਇਹ। ਅਤੇ ਹੁਣ ਤੁਸੀਂ ਸਾਰਿਆਂ ਨੇ ਇਹ ਜਿਹੜੇ ਪ੍ਰਸ਼ਨ ਹੈਗੇ ਇਹ ਚੰਗੀ ਤਰ੍ਹਾਂ ਯਾਦ ਕਰਨੇ ਆ। ਠੀਕ ਹੈ ਜੀ। ਅਤੇ ਆਹ ਆਪਣੀ ਆਨਸਰ ਕੀ ਪਈ ਹੈ ਜੀ, ਤੁਸੀਂ ਇੱਕ ਵਾਰੀ ਪੜ੍ਹ ਕੇ ਬਾਅਦ ਵਿੱਚ ਆਪ ਵੀ ਟੈਸਟ ਲਾ ਕੇ ਦੇਖਿਆ ਕਰੋ। ਅਤੇ ਆਹ ਦੇਖ ਲਓ, ਇੱਕ ਵਾਰੀ ਆਨਸਰ ਕੀ ਦਿਖਾ ਦਿੰਦਾ ਤੁਹਾਨੂੰ ਮੈਂ। ਠੀਕ ਹੈ ਜੀ। ਬਾਕੀ ਗੱਲ ਰਹੀ ਵਜੋਂ ਸਿਲੇਬਸ ਤੁਹਾਨੂੰ ਸਰ ਮੈਂ ਪੂਰਾ ਕਰਵਾ ਦੂੰਗਾ। ਇਹਦੇ ਮਤਲਬ ਇਤਿਹਾਸ ਦੇ ਆਪਣੇ 5 ਕੁ ਸੈੱਟ ਹੋਰ ਹੈਗੇ, 5 ਕੁ ਸੈੱਟ ਹੋਰ ਲੱਗਣਗੇ ਆਪਣੇ। ਠੀਕ ਹੈ, ਵੱਧ ਤੋਂ 5 ਤੋਂ ਵੱਧ 7 ਹੋ ਸਕਦੇ ਆ। ਇਸ ਤੋਂ ਬਾਅਦ ਆਪਣਾ ਇਹ ਨਿਬੜ ਜੂਗਾ, ਹਿਸਟਰੀ ਆਪਣੀ ਨਿਬੜ ਜੂਗੀ ਜੀ। ਇਸ ਤੋਂ ਬਾਅਦ ਤੁਸੀਂ ਮੈਨੂੰ ਹੁਣ ਕਮੈਂਟਾਂ ਦੇ ਵਿੱਚ ਇਹ ਗੱਲ ਦੱਸਣੀ ਆ ਕਿ ਇਹ ਤੋਂ ਬਾਅਦ ਆਪਾਂ ਪੋਲੀਟੀ ਕਰਨੀ ਆ ਕਿ ਪ੍ਰਾਚੀਨ ਇਤਿਹਾਸ ਕਰਨਾ। ਭੂਗੋਲ ਤਾਂ ਪਿੰਡ 'ਤੇ ਛੇੜਾਂਗੇ ਜਮਾ। ਹੁਣ ਮੈਨੂੰ ਕਮੈਂਟਾਂ ਦੇ ਵਿੱਚ ਇਹ ਗੱਲ ਜ਼ਰੂਰ ਦੱਸਣੀ ਹੈ ਕਿ ਆਪਾਂ ਪੋਲੀਟੀ ਕਰੀਏ ਕਿ ਪ੍ਰਾਚੀਨ ਇਤਿਹਾਸ ਕਰੀਏ। ਜਿਹੜੇ ਬੱਚਿਆਂ ਦੇ ਕਮੈਂਟ ਜਿੰਨੇ ਜ਼ਿਆਦਾ ਹੋਣਗੇ ਇਹ ਉਹਨਾਂ ਦੀ ਗੱਲ ਮੰਨੀ ਜਾਊਗੀ। ਠੀਕ ਹੈ ਜੀ। ਜੇ ਪੋਲੀਟੀ ਵਾਲੇ ਵੱਧ ਹੋਏ ਤਾਂ ਪੋਲੀਟੀਕਲ, ਜੇ ਪ੍ਰਾਚੀਨ ਇਤਿਹਾਸ ਵਾਲੇ ਜ਼ਿਆਦਾ ਹੋਏ ਤਾਂ ਪ੍ਰਾਚੀਨ ਇਤਿਹਾਸ। ਠੀਕ ਹੈ ਜੀ। ਅਤੇ ਤੁਹਾਨੂੰ ਬੱਚੇ ਪੁੱਛ ਰਹੇ ਸੀ ਸਰ ਤੁਹਾਨੂੰ ਹੋਰ ਐਕਸਟਰਾ ਬੁੱਕਸ ਦੀ ਲੋੜ ਤਾਂ ਨਹੀਂ ਹੈਗੀ? ਕੋਈ ਲੋੜ ਨਹੀਂ ਬੱਚੇ ਐਕਸਟਰਾ ਬੁੱਕਸ ਦੀ। ਠੀਕ ਹੈ ਨਾ। ਜੇ ਤੁਹਾਡੇ ਕੋਲ ਬੁੱਕਸ ਹੈਗੀਆਂ ਚੱਲ ਤੁਸੀਂ ਪੜ੍ਹ ਲਓ, ਜੇ ਤੁਸੀਂ ਐਕਸਟਰਾ ਪੜ੍ਹਨਾ ਚਾਹੁੰਦੇ ਹੋ। ਨਹੀਂ ਤੁਸੀਂ ਦੇਖ ਲਓ ਆਪਣੇ 6 ਸੈੱਟ ਤਾਂ ਇਹੀ ਹੋ ਗਏ। 6 ਸੈੱਟਾਂ ਦੇ ਵਿੱਚ ਜੇ ਆਪਾਂ 20 ਦੀ ਐਵਰੇਜ ਵੀ ਲਾ ਕੇ ਚੱਲ ਗਏ ਹੈ ਨਾ, 6 ਦੂਣਾ 120 ਤਾਂ ਇਹ ਹੋ ਗਏ ਸਵਾਲ ਸਿੱਧੇ। 120 ਸਵਾਲ ਤਾਂ ਇਹ ਹੋ ਗਏ। ਅਤੇ ਦੂਸਰੇ ਪਾਸੇ ਕੀ ਹੋ ਗਿਆ, 100 ਦੇਖੋ ਆਪਾਂ ਹਿਸਾਬ ਲਾਉਣੇ ਇੱਕ ਮਿੰਟ। 120 ਸਵਾਲ ਤਾਂ ਡਾਇਰੈਕਟ ਇਹ ਹੋ ਗਏ। ਬਾਕੀ ਜਿਹੜੇ ਤੁਹਾਨੂੰ 2 ਗਵਰਨਰ ਜਨਰਲ ਦੂਸਰੇ ਕਰਵਾਏ ਮੈਂ ਉਹਦੇ ਵਿੱਚੋਂ ਵੀ ਪ੍ਰਸ਼ਨ ਬਣਨਗੇ। ਠੀਕ ਹੈ, ਉਹਦੇ 'ਚ ਵੀ ਘੱਟੋ ਘੱਟ 25-30 ਪ੍ਰਸ਼ਨ, 50-30-40 ਪ੍ਰਸ਼ਨ ਉਹ 'ਚੋਂ ਬਣਦੇ ਆ। 160 ਇਹ ਹੋ ਗਏ। 1-2 ਟੋਪਿਕ ਆਪਾਂ ਹੋਰ ਕਰਾਂਗੇ ਤਾਂ ਕਹਿੰਦਾ ਉਹਨੇ ਹਿਸਟਰੀ ਦੇ ਵਿੱਚੋਂ ਹੀ ਆਪਣਾ 300 ਪ੍ਰਸ਼ਨ ਬਣ ਜਾਊਗਾ। ਅਤੇ ਇੰਨਾ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ 300 ਪ੍ਰਸ਼ਨ ਦੇ ਬਾਅਦ ਹਿਸਟਰੀ ਦੇ ਵਿੱਚੋਂ ਪ੍ਰਸ਼ਨ ਨਹੀਂ ਆਊਗਾ। ਇਸ ਤੋਂ ਬਾਅਦ ਆਪਾਂ ਕਰਾਂਗੇ ਪ੍ਰਾਚੀਨ ਇਤਿਹਾਸ ਜਾਂ ਪੋਲੀਟੀਕਲ। ਅਤੇ ਇਹਦੋਂ ਬਾਅਦ ਪੋਲੀਟੀਕਲ ਦੇ ਵੀ ਬਸ ਆਪਾਂ 300 ਤੋਂ ਲੈ ਕੇ 400 ਦੇ ਵਿੱਚ MCQ ਕਰਾਂਗੇ। ਇਸ ਤੋਂ ਜ਼ਿਆਦਾ ਆਪਾਂ ਕੋਈ ਵੀ MCQ ਨਹੀਂ ਕਰਨਾ। ਠੀਕ ਹੈ ਜੀ, ਧਿਆਨ ਨਾਲ ਗੱਲ ਸੁਣ ਲਓ। ਇਸ ਤੋਂ ਬਾਅਦ ਆਪਾਂ ਕੁਛ ਵੀ ਨਹੀਂ ਕਰਨਾ ਹੋਰ ਹਿਸਟਰੀ ਤੋਂ ਬਾਅਦ। ਇਹ ਤੋਂ ਬਾਅਦ ਭੂਗੋਲ ਸ਼ੁਰੂ ਕਰਾਂਗੇ ਆਪਾਂ। ਅਤੇ ਆਪਣਾ ਬਸ ਇਹੀ ਕੰਮ ਹੈਗਾ। ਅਤੇ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਜੀ ਆਪਾਂ 2-3 ਦਿਨ ਤੱਕ ਸ਼ੁਰੂ ਕਰ ਰਹੇ ਹਾਂ। ਅਤੇ ਹਿਸਟਰੀ ਸ਼ੁਰੂ ਕਰੀਏ, ਪ੍ਰਾਚੀਨ ਹਿਸਟਰੀ ਸ਼ੁਰੂ ਕਰੀਏ ਕਿ ਪੋਲੀਟੀਕਲ ਸ਼ੁਰੂ ਕਰੀਏ, ਉਹ ਤੁਸੀਂ ਦੱਸੋ। ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਜਿਵੇਂ ਚੱਲਾਂਗੇ। ਜਿਹਦੇ ਕਮੈਂਟ ਵੱਧ ਹੋਏ ਉਹਦੀ ਗੱਲ ਮੰਨੀ ਜਾਊਗੀ। ਠੀਕ ਹੈ ਜੀ। ਅਤੇ ਬਾਕੀ ਰਹੀ ਗੱਲ ਮੈਥ ਦੀਆਂ ਕਲਾਸਾਂ ਮੈਂ ਸੋਮਵਾਰ ਤੋਂ ਲੈ ਕੇ ਆ ਰਿਹਾ 100% ਸੋਮਵਾਰ ਤੋਂ ਆਪਣੀਆਂ ਰੀਜ਼ਨਿੰਗ, ਮੈਥ। ਠੀਕ ਹੈ ਜੀ। ਰੀਜ਼ਨਿੰਗ, ਮੈਥ, ਕੰਪਿਊਟਰ ਸਾਰੀਆਂ ਕਲਾਸਾਂ ਲੱਗਿਆ ਕਰਨਗੀਆਂ। ਟਾਈਮ ਟੇਬਲ ਮੈਂ ਬਣਾਈ ਤਾਂ ਬੈਠਾਂਗਾ। ਅਤੇ ਕੱਲ੍ਹ ਨੂੰ ਆਪਾਂ ਨਾ ਸੁਬਾਹ ਮੈਂ ਤੁਹਾਨੂੰ ਕਰੰਟ ਅਫੇਅਰ ਤੋਂ ਬਾਅਦ ਇੱਕ 12 ਕੁ ਵਜੇ ਵੀਡੀਓ ਅਪਲੋਡ ਕਰ ਦੂੰਗਾ। ਅਤੇ ਉਹਦੇ 'ਚ ਆਪਾਂ ਗੱਲਬਾਤ ਕਰਦੇ ਹਾਂ ਸਾਰੀ ਇਹਦੇ ਬਾਰੇ। ਅਤੇ ਵੱਧ ਤੋਂ ਵੱਧ ਬੱਚੇ ਵੀਡੀਓ ਦੇਖਿਆ ਕਰੋ, ਸ਼ੇਅਰ ਕਰਿਆ ਕਰੋ, ਕਿਉਂਕਿ ਆਹੀ ਟਾਈਮ ਹੈ। ਜੇ ਤੁਸੀਂ ਆਪਦੇ ਕੰਮਾਂ ਕਰਨ ਦੇ ਵਿੱਚ ਉਲਝੇ ਰਹੇ ਨਾ ਕਿ ਅੱਜ ਸਾਡੇ ਕੋਲ ਟਾਈਮ ਨਹੀਂ ਹੈਗਾ ਜੀ, ਅੱਜ ਆਏ ਨਹੀਂ ਹੈਗਾ, ਅੱਜ ਸਾਤੋਂ ਪੜ੍ਹਿਆ ਨਹੀਂ ਗਿਆ, ਫਿਰ ਨੌਕਰੀ ਲੈਣੀ ਬਹੁਤ ਔਖੀ ਹੈ। ਤੁਸੀਂ ਐਂ ਦੇਖੋ ਕਿ ਪ੍ਰਾਈਵੇਟ ਅਦਾਰੇ ਆ ਜਿਹੜੇ ਪ੍ਰਾਈਵੇਟ ਅਦਾਰੇ ਸਰਕਾਰ ਬਿਲਕੁਲ ਖ਼ਤਮ ਕਰਦੇ ਪ੍ਰਾਈਵੇਟ ਅਦਾਰੇ। ਅੱਗੇ ਚੱਲ ਕੇ ਇੰਨੀ ਪ੍ਰੋਬਲਮ ਆਉਣੀ, ਇੰਨੀ ਮਤਲਬ ਮੁਸ਼ਕਿਲ ਹੋ ਜੂਗੀ ਤੁਹਾਨੂੰ ਕਿ ਸੋਚੋ ਨਾ, ਦਿਹਾੜੀ ਵੀ ਨਹੀਂ ਮਿਲਣੀ ਕਿਸੇ ਨੂੰ। ਠੀਕ ਹੈ ਜੀ। ਅਤੇ ਬਾਕੀ ਤੁਹਾਨੂੰ ਪਤਾ ਹੀ ਹੈਗਾ ਮਾਹੌਲ ਕੀ ਬਣਿਆ ਪਿਆ ਹੈਗਾ। ਤਾਂ ਕਰਕੇ ਤੁਸੀਂ ਬਸ ਸਿਰਫ ਇੱਕ ਐਂ ਧਿਆਨ ਦਿਓ ਕਿ ਚੰਗੀ ਤਰ੍ਹਾਂ ਪੜ੍ਹਨਾ ਗਾ, ਵਿਸ਼ਵਾਸ ਕਰਕੇ ਪੜ੍ਹੋ। ਠੀਕ ਹੈ ਜੀ। ਕੰਟੈਂਟ ਦੇਣਾ ਮੇਰੀ ਜ਼ਿੰਮੇਵਾਰੀ ਹੈ, PDF ਦੇਣਾ ਮੇਰੀ ਜ਼ਿੰਮੇਵਾਰੀ। ਤੁਹਾਡਾ ਕੰਮ ਸਿਰਫ ਪੜ੍ਹਨਾ ਗਾ। ਜਿਹੜਾ ਸਬਜੈਕਟ ਔਖਾ ਲੱਗਦਾ ਉਦੋਂ ਕਿਤੋਂ ਭੱਜੋ ਨਾ। ਮੈਂ ਦੇਖਿਆ ਹੈਗਾ ਆਹ ਪਾਰਟ 1 ਦਾ ਤੁਸੀਂ ਪੜ੍ਹ ਲਿਆ, ਪਾਰਟ 2 ਤੁਸੀਂ ਚੱਜ ਨਾਲ ਪੜ੍ਹਿਆ ਨਹੀਂ। ਮੈਨੂੰ ਪਤਾ ਉਹਦੇ ਵਿਊ ਘਟੇ ਆ ਹਜੇ ਤੱਕ, ਉਹਨੇ ਲੋਕਾਂ ਨੇ ਦੇਖਿਆ ਜਿੰਨਾਂ ਨੇ ਦੇਖਣਾ ਚਾਹੀਦਾ ਸੀ। ਆਏ ਨਹੀਂ ਕੰਮ ਚੱਲਣਾ ਬੱਚੇ। ਜਦੋਂ ਇੱਕ ਬੰਦਾ ਮਿਹਨਤ ਕਰ ਰਿਹਾ ਨਾ, ਥੋੜ੍ਹੇ ਬਾਰੇ ਟਾਈਪ ਕਰਕੇ ਕੰਟੈਂਟ ਇਕੱਠਾ ਕਰਕੇ ਲੈ ਕੇ ਆ ਰਿਹਾ ਹੈ, ਠੀਕ ਹੈ, ਬਿਨਾਂ ਕਿਸੇ ਫੀਸ ਤੋਂ PDF ਤੁਹਾਨੂੰ ਮਿਲ ਰਹੇ ਆ, ਤਾਂ ਵੀ ਤੁਸੀਂ ਐਂ ਮਤਲਬ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹੋ ਲਿਚ ਗਲੀਚੀਆਂ ਕਰੋਗੇ, ਨਾ ਪੜ੍ਹੋਗੇ ਹੈ ਨਾ, ਤਾਂ ਉਹ ਕੰਮ ਖਤਮ ਹੋ ਜਾਂਦਾ ਹੁੰਦਾ। ਫਿਰ ਤੁਸੀਂ ਵਧੀਆ ਪੜ੍ਹੋ ਆਪਦੀ ਮਿਹਨਤ ਨਾਲ। ਜੇ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆਉਂਦੀ, ਤੁਹਾਨੂੰ ਮੈਂ ਕਿੰਨੇ ਵਾਰੀ ਪੁੱਛਿਆ ਕਿ ਤੂੰ ਮੈਨੂੰ ਆਪਦਾ ਭਰਾ ਮੰਨੋ,
ਚਾਹੇ ਮੈਨੂੰ ਉਹਦਾ ਵੀਰ ਮੰਨੋ, ਚਾਹੇ ਮੈਨੂੰ ਉਹਦਾ ਸਰ ਮੰਨੋ, ਕੁਛ ਮਰਜ਼ੀ ਮੰਨੋ, ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛੋ ਜੇ ਨਹੀਂ ਸਮਝ ਆਉਂਦੀ। ਵੀਡੀਓ ਦੇ ਥੱਲੇ ਮੈਸੇਜ ਕਰ ਦਿਆ ਕਰੋ। ਮੈਂ ਤੁਹਾਡੇ ਨਾਲ ਹਰ ਥਾਂ 'ਤੇ ਖੜੂੰਗਾ। ਪੜ੍ਹਾਈ ਦੇ ਰਿਲੇਟਡ ਕਿਤੇ ਵੀ ਤੁਹਾਨੂੰ ਤੁਸੀਂ ਖੜ੍ਹਨ ਦੀ ਲੋੜ ਹੈ। ਤੁਸੀਂ ਐਂ ਨਾ ਸਮਝੋ ਕਿ ਮੇਰਾ ਕੰਮ ਇਕੱਲਾ ਆਹੀ ਹੈ ਪੜ੍ਹਾਉਣ ਦਾ। ਮੈਂ ਤੁਹਾਡੇ ਨਾਲ, ਤੁਹਾਡੇ ਭਰਾ ਵਾਂਗੂ ਤੁਹਾਡੇ ਨਾਲ ਖੜੂੰਗਾ। ਕਿਸੇ ਵੀ ਚੀਜ਼ ਦੀ ਤੁਹਾਨੂੰ ਟੈਨਸ਼ਨ ਹੈ, ਤੁਹਾਡੇ ਦਿਮਾਗ 'ਚ ਕੋਈ ਗੱਲ ਆਉਂਦੀ ਹੈ, ਮੈਥੋਂ ਪੁੱਛੋ। ਜੇ ਮੈਨੂੰ ਪਤਾ ਹੋਊਗਾ ਮੈਂ ਦੱਸ ਦੂੰ, ਜੇ ਮੈਨੂੰ ਨਹੀਂ ਪਤਾ ਹੋਊਗਾ ਤਾਂ ਮੈਂ ਕਹਿ ਦੂੰਗਾ ਜੀ ਇਹਦੇ ਬਾਰੇ ਮੈਨੂੰ ਪਤਾ ਨਹੀਂ ਹੈਗਾ। ਬਾਕੀ ਮੇਰੀਆਂ ਭੈਣਾਂ ਅਤੇ ਮੇਰੇ ਵੀਰ ਇੱਕ ਗੱਲ ਕਹਿ ਰਹੀ ਸੀ ਕਿ ਆਹ ਸਰਟੀਫਿਕੇਟ ਬਾਰੇ। ਸਰਟੀਫਿਕੇਟ ਤੁਹਾਨੂੰ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਭਰਤੀ ਸ਼ੁਰੂ ਹੋਣ ਤੋਂ ਪਹਿਲਾਂ ਵੀਡੀਓ ਦੇਖ ਲਓ ਤੁਸੀਂ, ਮੇਰੀ 15 20 25 ਦਿਨ ਦੀ ਪਹਿਲਾਂ ਵੀਡੀਓ, ਜਿਹਦੇ ਵਿੱਚ ਮੈਂ ਕਿਹਾ ਸੀ ਕਿ ਇਹਦੇ ਰੈਜ਼ੀਡੈਂਟ ਸਰਟੀਫਿਕੇਟ ਬਣਾ ਲਓ, ਆਧਾਰ ਕਾਰਡ 'ਤੇ ਡੇਟਾ ਚੇਂਜ ਕਰਵਾ ਲਓ, ਸਾਰਾ ਕੁਛ ਕਰਾ ਲਓ। ਮੈਂ ਵੀਡੀਓ ਬਣਾਈ ਬੈਠਾ ਸੀ, ਤੁਸੀਂ ਉਹ 'ਤੇ ਵੀ ਗੌਰ ਨਹੀਂ ਕਰੀ ਉਦੋਂ ਵੀਡੀਓ 'ਤੇ। ਠੀਕ ਹੈ ਜੀ। ਅਤੇ ਹਜੇ ਵੀ ਤੁਸੀਂ ਐਂ ਕਰੋ ਕਿ ਤੁਸੀਂ ਪੁਰਾਣਿਆਂ ਨਾਲ ਅਪਲਾਈ ਕਰ ਦਿਓ। ਰੈਜ਼ੀਡੈਂਟ ਸਰਟੀਫਿਕੇਟ ਹੈਗਾ ਜੇ, ਕਾਸਟ ਸਰਟੀਫਿਕੇਟ ਹੈਗਾ, ਇਸ ਤੋਂ ਬਾਅਦ ਪੁਰਾਣਿਆਂ 'ਤੇ ਅਪਲਾਈ ਕਰਿਆ ਤੁਹਾਡਾ ਫਾਰਮ ਹੋ ਜਾਊਗਾ। ਇਸ ਤੋਂ ਬਾਅਦ ਤੁਸੀਂ ਨਵਾਂ ਅਪਲਾਈ ਕਰ ਦਿਓ, ਕਿਉਂਕਿ ਜਿਹੜੇ ਹਿਸਾਬ 'ਤੇ ਹੁਣ ਮਤਲਬ ਕਰੋਨਾ ਗਾ, ਜੇ ਤੁਸੀਂ ਅਪਲਾਈ ਵੀ ਕਰਕੇ ਆਓਗੇ ਤੁਹਾਡਾ 20 ਤੋਂ 25 ਦਿਨਾਂ ਦੇ ਵਿੱਚ ਨਹੀਂ ਆਉਣਾ, ਇੰਨੀ ਤੁਹਾਡੀ ਪੋਸਟ ਲੰਘ ਜੂਗੀ। ਅਤੇ ਅੱਗੇ ਵੀ ਪੰਜਾਬ ਪੁਲਿਸ ਦੀ ਭਰਤੀ ਆਉਣੀ ਹੈਗੀ, 10,000 ਭਰਤੀ ਹੈ ਪੰਜਾਬ ਪੁਲਿਸ ਦੀ ਅੱਗੇ ਹੋਰ ਜਿਹੜੀ ਆਉਣੀ ਹੈ। ਅਤੇ ਤਿਆਰੀ ਲੱਗੇ ਰਹੋ। ਇਹ ਨਹੀਂ ਹੈਗਾ ਕਿ 1-2 ਮਹੀਨਿਆਂ ਦੇ ਵਿੱਚ ਤੁਸੀਂ ਨੌਕਰੀ ਲੱਗ ਜਾਓਗੇ। ਇਹ ਚੰਗੀ ਤਰ੍ਹਾਂ ਇਹ ਚੀਜ਼ਾਂ ਨਹੀਂ ਕਰਵਾਉਣਾ ਨਾ, ਵੀ ਚੰਗੀ ਤਰ੍ਹਾਂ ਰਿਪੀਟ ਵੀ ਕਰਨੀਆਂ ਪੈਣਗੀਆਂ। ਹੁਣ ਮੈਂ ਦੇਖਿਆ ਕਿ ਮੈਂ ਟਾਈਮ ਟੇਬਲ ਬਣਾਇਆ, ਜਿਹੜਾ ਟਾਈਮ ਟੇਬਲ ਉਹਦੇ ਵਿੱਚ ਤੁਹਾਡਾ ਟੈਸਟ ਵੀ ਲਿਆ ਕਰੂੰਗਾ, ਅਤੇ ਨਾਲ ਮੈਂ ਤੁਹਾਡਾ ਨਾਮ ਵੀ ਪੁੱਛਿਆ ਕਰੂੰਗਾ। ਮੈਂ ਸਾਰਿਆਂ ਦਾ ਡਾਟਾ ਤਿਆਰ ਕਰਦਾ ਕਿ ਕਿੰਨੇ ਬੱਚੇ ਰੈਗੂਲਰ ਆਉਂਦੇ ਆ ਮੇਰੇ ਕੋਲ, ਅਤੇ ਸਾਰਿਆਂ ਦੀ ਡਿਟੇਲ ਚੱਕਿਆ ਕਰੂੰਗੀ, ਕਿਹੜਾ ਕਿੰਨਾ ਪੜ੍ਹਦਾ। ਠੀਕ ਹੈ ਜੀ। ਆਪਾਂ ਨੂੰ ਕੋਈ ਉਹ ਨਹੀਂ, ਜਿਹੜਾ ਬੱਚੇ ਦੇ ਪੜ੍ਹਨ ਵਾਲੇ ਬੱਚੇ ਚਾਹੀਦੇ ਆਪਾਂ ਨੂੰ, ਕਿ ਆਪਣਾ ਰਿਜ਼ਲਟ ਸਾਰਿਆਂ ਦਾ ਵਧੀਆ ਆਵੇ। ਅਤੇ ਮੈਥ ਰੀਜ਼ਨਿੰਗ ਦੀ ਜਿਵੇਂ ਮੈਂ ਕਿਹਾ ਕਿ ਮੈਥ ਮੈਂ ਤੁਹਾਨੂੰ ਇੰਨੇ ਵਧੀਆ ਤਰੀਕੇ ਨਾਲ ਕਰਵਾਊਂਗਾ ਨਾ, ਤੁਸੀਂ ਆਪ ਹੀ ਮੰਨ ਜਾਓਗੇ। ਬਾਕੀ ਸਾਰਾ ਤੁਸੀਂ ਸਾਨੂੰ 0 ਤੋਂ ਸ਼ੁਰੂ ਕਰਤਾ। ਮੈਥ ਦਾ ਤੁਸੀਂ ਟੈਨਸ਼ਨ ਨਾ ਲਓ, ਮੈਥ ਮੇਰੇ 'ਤੇ ਛੱਡ ਦਿਓ, ਰੀਜ਼ਨਿੰਗ ਵੀ ਮੇਰੇ 'ਤੇ ਛੱਡ ਦਿਓ, ਕੰਪਿਊਟਰ ਵੀ ਮੈਂ ਤੁਹਾਨੂੰ ਕਰਵਾ ਦੂੰਗਾ। ਤੁਸੀਂ ਨਾ ਜਿਹੜੇ ਬਸ ਆਹ ਲੈਕਚਰ ਹੈਗੇ ਲਾਈ ਚੱਲੋ, ਕਿਉਂਕਿ ਹਿਸਟਰੀ ਦਾ ਪੋਰਸ਼ਨ ਵੱਡਾ ਹੁੰਦਾ। ਹਿਸਟਰੀ ਦੇ ਵਿੱਚ ਇੱਕ ਭਾਗ ਤਾਂ ਕਵਰ ਕਰੋ ਆਪਾਂ। ਜਦੋਂ ਇੱਕ ਭਾਗ ਆਪਾਂ ਤੋਂ ਕਵਰ ਹੋ ਗਿਆ ਅਤੇ ਫਿਰ ਆਪਾਂ ਅੱਗੇ ਚੱਲਾਂਗੇ। ਅਤੇ ਜਿਹੜੇ ਬੱਚੇ ਨੂੰ ਲੱਗਦਾ ਵੀ ਮੈਂ ਗੱਲਾਂ ਜ਼ਿਆਦਾ ਕਰਦਾ, ਉਹ ਸਕਿੱਪ ਕਰ ਸਕਦੇ, ਆਪਾਂ ਨੂੰ ਕੋਈ ਚੱਕਰ ਨਹੀਂ। ਜਿਹੜੀ ਸੁਣਨਾ ਚਾਹੁੰਦੇ ਉਹ ਸੁਣ ਲਿਆ ਕਰੋ, ਕਿਉਂਕਿ ਮੈਂ ਕੋਈ ਆਪਦੇ ਵਾਸਤੇ ਨਹੀਂ ਮਾਰਦਾ ਭਕਾਈ, ਸਿਰਫ ਤੁਹਾਡੇ ਵਾਸਤੇ ਹੀ, ਤੁਹਾਡਾ ਫਾਇਦਾ ਹੋ ਜੇ ਕਿਸੇ ਦਾ। ਅੱਜ ਦੇ ਟਾਈਮ 'ਚ ਨੌਕਰੀ ਲੈਣੀ ਬਹੁਤ ਮੁਸ਼ਕਿਲ ਹੈ। ਜੇ ਤੁਹਾਨੂੰ ਹੁਣ ਨੌਕਰੀ ਮਿਲ ਗਈ, ਤੁਹਾਡੇ ਵਰਗਾ ਕੋਈ ਨਹੀਂ ਹੈਗਾ। ਸਾਰੀ ਉਮਰ ਗਾਹਾਂ ਪੀੜ੍ਹੀਆਂ ਤੱਕ ਵੀ ਬੰਦਾ ਸੁਧਰ ਜਾਂਦਾ ਹੈਗਾ ਜੇ ਇੱਕ ਵਾਰੀ ਨੌਕਰੀ ਮਿਲ ਜੇ। ਨਹੀਂ ਤੁਹਾਨੂੰ ਪਤਾ ਹੀ ਹੈ ਜਿਹੜਾ ਬੁਰਾ ਹਾਲ ਹੈਗਾ। ਚੱਲ ਜ਼ਿਮੀਂਦਾਰ ਬੰਦਾ ਤਾਂ ਚੱਲ ਕਹਿੰਦਾ ਨਾ, ਮੈਂ ਜੱਟਾਂ ਦੇ ਮੁੰਡੇ ਕਹਿੰਦੇ ਅਸੀਂ ਤਾਂ ਖੇਤੀ ਕਰ ਲਾਂਗੇ ਜੀ, ਐਂ ਕਰ ਲਾਂਗੇ। ਪਰ ਜਿਹੜਾ ਐਸੀ ਹੈ, ਇਹਨਾਂ ਦਾ ਹੋਰ ਵੀ ਮਾੜਾ ਹਾਲ ਹੋ ਜਾਣਾ ਵਿਚਾਰਿਆਂ ਦਾ। ਠੀਕ ਹੈ। ਇਹਨਾਂ ਕੋਲ ਜ਼ਮੀਨ ਵੀ ਨਹੀਂ ਹੁੰਦੀ। ਚੱਲ ਮੰਨਦੇ ਹਾਂ ਕਿ ਛੋਟਾਂ ਹੈਗੀਆਂ ਇਹਨਾਂ ਨੂੰ, ਛੋਟਾਂ ਉਹ ਵੀ ਆਪਣੇ ਕਰਕੇ ਦਿੱਤੀਆਂ ਗਈਆਂ, ਜਦੋਂ ਆਪਣੇ ਜਨਰਲ ਕੈਟਾਗਰੀ ਦੇ ਇਹਨਾਂ ਧੱਕਾ ਕਰਦੇ ਸੀ। ਠੀਕ ਹੈ, ਤਾਂ ਕਰਕੇ ਛੋਟਾ ਦਿੱਤੀਆਂ, ਇਹਨਾਂ ਦਾ ਅਧਿਕਾਰ ਵੀ ਹੈਗਾ ਉਹ। ਅਤੇ ਮੇਰੇ ਸਾਰੇ ਜਿੰਨੇ ਵੀ ਬੱਚੇ ਆ ਕੈਟਾਗਰੀ ਵਾਲੇ, ਕਿਸੇ ਮਰਜ਼ੀ ਕੈਟਾਗਰੀ ਨਾਲ ਸੰਬੰਧ ਤਾਂ ਪੂਰਾ ਜ਼ੋਰ ਲਾ ਦਿਓ ਆਪਦਾ, ਇਸ ਵਾਰ ਨੌਕਰੀ ਲੈਣੀ ਹੈ ਜੇ। ਨਹੀਂ ਮਾਹੌਲ ਬਹੁਤ ਖ਼ਰਾਬ ਹੋਣਾ ਅੱਗੇ ਜਾ ਕੇ। ਠੀਕ ਹੈ ਜੀ। ਅਤੇ ਆਹ ਵੀਡੀਓ ਚੰਗੀ ਤਰ੍ਹਾਂ ਯਾਦ ਕਰਕੇ ਨਾ, ਇਹ ਤੋਂ ਬਾਅਦ ਟੈਸਟ ਲਾ ਲਿਓ, ਅਤੇ ਟੈਸਟ ਦੇ ਵਿੱਚ ਜਿੰਨੇ ਵੀ ਨੰਬਰ ਆਉਣਗੇ, ਠੀਕ ਹੈ ਨਾ, ਅਤੇ ਮੈਨੂੰ ਸੱਚੀ ਦੱਸ ਦਿਆ ਕਰੋ ਥੱਲੇ ਕਮੈਂਟ ਦੇ ਵਿੱਚ। ਅਤੇ ਨਕਲ ਨਹੀਂ ਮਾਰਨੀ, ਜੇ ਕੋਈ ਨਕਲ ਮਾਰਦੇ ਨੂੰ ਪਤਾ ਲੱਗ ਗਿਆ, ਆਪਣੀਆਂ ਬਾਹਾਂ ਆਪ ਹੀ 5 ਮਿੰਟ ਖੜ੍ਹੀਆਂ ਕਰ ਲਿਓ। ਠੀਕ ਹੈ ਜੀ। ਚਲੋ ਇਹ ਤਾਂ ਮਜ਼ਾਕ ਕਰਦਾ ਸੀ ਮੈਂ। ਚਲੋ ਜੀ, ਜਿਉਂਦੇ ਵਾਸਤੇ ਰਹੋ ਮੇਰੇ ਦੋਸਤੋ, ਅਤੇ ਆਹ ਵੀਡੀਓ ਚੰਗੀ ਤਰ੍ਹਾਂ ਯਾਦ ਕਰ ਲਓ ਹੁਣ।